तू ठाकुर तुम पै अरदास, जियो पिंड सब तेरी रास। तुम मात पिता हम बारक तेरे, तुमरी कृपा में सुख कनेरे। कोई न जाने तुमरा अंत, ऊंचे ते ऊंचा भगवंत। सगल समगरी तुमरा सूतर धारी, तुम ते होए सुआज्ञाकारी। तुमरी गत मित तुम ही जानी, नानक दास सदा कुर्बानी। तुमरी गात मित तुम ही जानी, नानक दास सदा कुर्बानी। सुकौटल गुर सेवियै, अहनस सहज सुभाए। दर्शन परसै गुरु कै, जन्म मरण दुख जाए। होवै सिफत संबंधी नूर अरसों कुरसों चटियै। तुद डिठे सच्चे पातशाह, मल जन्म जन्म दी कटियै। तुद डिठे सच्चे पातशाह, मल जन्म जन्म दी कटियै। सतनाम श्री वाहिगुरु साहिब जीओ। मारू महला पंजवा। गुप्त करता संग सो प्रभ, डहकावै मनुखाए। विसार हर जियो बिखै भोगै, तबत थम गल लाए। गुप्त करता संग सो प्रभ, डहकावे मनुखाए। वाहिगुरु जी का खालसा, वाहिगुरु जी की फतेह। जुगो जुगा टल गुरु ग्रंथ साहिब जीआं दी पवित्र पावन हजूरी अंदर आप संगतां ने जुड़ करके बैठदियां होया अमृत वेले तो गुरबाणी सरवण करके सतगुरां दे गुरबाणी नूं सरवण कीता है। एक विद्वान ने बचन लिखिया है, कहन लगा सोई उम्र विच लिखे दे, यो याद साईं दी गुजरे। लेखे विच उम्र आऊ है जिहड़ी साईं दी याद विच बतीत होवे, मालक दी याद विच बतीत होवे।
ਜਿਹੜੀ ਉਮਰਾ ਮਾਲਕ ਦੀ ਯਾਦ ਵਿੱਚ ਬਤੀਤ ਹੋਵੇ ਉਹ ਉਮਰਾ ਸਫਲੀ ਹੈ। ਸੋਈ ਉਮਰ ਵਿੱਚ ਲਿਖੇ ਦੇ ਜੋ ਯਾਦ ਸਾਈਂ ਦੀ ਗੁਜ਼ਰੇ। ਤੇ ਆਪਾਂ ਗੁਰੂ ਦਰਬਾਰ ਵਿੱਚ ਆ ਕੇ ਬੈਠੇ ਹਾਂ, ਨਿਤਨੇਮ ਸਰਵਣ ਕੀਤਾ ਹੈ, ਕੀਰਤਨ ਸਰਵਣ ਕੀਤਾ ਹੈ, ਸਾਈਂ ਦੀ ਯਾਦ ਵਿੱਚ, ਮਾਲਕ ਦੀ ਯਾਦ ਵਿੱਚ ਜੁੜੇ ਹਾਂ। ਉਮਰਾ ਲੇਖੇ ਪੈ ਰਹੀ ਹੈ, ਸਫਲੀ ਹੋ ਰਹੀ ਹੈ। ਇਸੇ ਤਰ੍ਹਾਂ ਹੋਰ ਮਹਾਰਾਜ ਦੇ ਜਸ ਨੂੰ ਕਥਾ ਦੇ ਰਾਹੀਂ ਸਰਵਣ ਕਰਕੇ ਆਪਣੇ ਸਮੇਂ ਨੂੰ, ਉਮਰਾਂ ਨੂੰ ਹੋਰ ਸਫਲਾ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਪੰਜਵਾਂ। ਮਾਰੂ ਰਾਗ ਦਾ ਇਹ ਸ਼ਬਦ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ 1001 ਅੰਗ ਦੇ ਉੱਪਰ ਇਹ ਸ਼ਬਦ ਬਖਸ਼ਿਸ਼ ਕਰਦੇ ਹਨ। ਗੁਪਤ ਕਰਤਾ ਸੰਗ ਸੋ ਮਹਾਰਾਜ ਕਹਿਣ ਲੱਗੇ ਗੁਪਤ ਕਰਤਾ ਸੰਗ ਸੋ ਪ੍ਰਭ। ਜਦੋਂ ਮਨੁੱਖ ਕੋਈ ਕਰਮ ਕਰਦਾ ਹੈ ਤੇ ਗੁਪਤ ਕਰਦਾ ਹੈ, ਪਰਦਾ ਕਰਕੇ ਕਰਦਾ ਹੈ ਕਿ ਮੇਰੇ ਕੰਮ ਨੂੰ ਕੋਈ ਵੇਖ ਨਾ ਲਵੇ। ਜਦੋਂ ਕੋਈ ਮਾੜਾ ਕਰਮ ਕਰਦਾ ਹੈ ਨਾ, ਚੋਰੀ ਯਾਰੀ ਕਰਦਾ ਹੈ, ਕੁਕਰਮ ਕਰਦਾ ਹੈ, ਉਦੋਂ ਗੁਪਤ ਕਰਦਾ ਹੈ ਵੀ ਵੇਖੇ ਕੋਈ ਨਾ। ਪਰਦੇ ਲਾ ਲੈਂਦਾ, ਦਰਵਾਜ਼ੇ ਬੰਦ ਕਰ ਲੈਂਦਾ, ਪਹਿਰੇਦਾਰ ਦਰਵਾਜ਼ਿਆਂ 'ਤੇ ਖੜ੍ਹ ਜਾਂਦੇ। ਮੈਂ ਇਹ ਕੰਮ ਕਰਨ ਲੱਗਾ ਹਾਂ, ਮੇਰੇ ਕੰਮ ਦਾ ਪਤਾ ਨਾ ਲੱਗੇ। ਮਹਾਰਾਜ ਕਹਿੰਦੇ ਦੁਨੀਆ ਕੋਲੋਂ ਤੇ ਛੁਪਾ ਲਿਆ ਹੈ, ਦਰਵਾਜ਼ਾ ਬੰਦ ਕਰਕੇ, ਪਰਦਾ ਕਰਕੇ। ਪਰ ਸੰਗ ਸੋ ਪ੍ਰਭ, ਉਹ ਪਰਮਾਤਮਾ ਤੇ ਤੇਰੇ ਸੰਗ ਹੈ। ਜਿਹਨੇ ਤੈਨੂੰ ਸਜ਼ਾ ਦੇਣੀ ਉਹ ਤੇ ਤੇਰੇ ਨਾਲ ਹੈ। ਜਿਹਨੇ ਤੇਰੇ ਕੋਲੋਂ ਲੇਖਾ ਲੈਣਾ, ਜਿਹਨੇ ਤੇਰੇ ਕੋਲੋਂ ਹਿਸਾਬ ਮੰਗਣਾ, ਉਹ ਤੇਰੇ ਨਾਲ ਹੈ। ਫਿਰ ਦੁਨੀਆ ਤੋਂ ਪਰਦੇ ਕਰਦਾ ਪਿਆ। ਲੇਖਾ ਤੇਰੇ ਕੋਲੋਂ ਦੁਨੀਆ ਨੇ ਨਹੀਂ ਲੈਣਾ ਹੈ, ਹਿਸਾਬ ਤੇਰੇ ਕੋਲੋਂ ਦੁਨੀਆ ਨੇ ਨਹੀਂ ਮੰਗਣਾ ਹੈ। ਤੂੰ ਕਿੰਨੇ ਸਵਾਸ ਲਏ ਨੇ, ਕਿੰਨਾ ਨਾਮ ਜਪਿਆ, ਨਹੀਂ। ਲੇਖਾ ਤੇ ਹਿਸਾਬ ਜਿਹੜਾ ਉਹ ਪਰਮਾਤਮਾ ਨੇ ਲੈਣਾ ਹੈ, ਉਹ ਤੇਰੇ ਨਾਲ ਹੈ ਸਦਾ ਵਾਸਤੇ। ਤੇ ਪਾਤਸ਼ਾਹ ਫਰਮਾਉਂਦੇ ਹਨ ਡਹਿਕਾਵੇ ਮਨੁੱਖਾਏ। ਤੇ ਸਤਿਗੁਰੂ ਕਹਿਣ ਲੱਗੇ ਡਹਿਕਾਏ, ਲੋਕਾਂ ਨੂੰ ਠੱਗਦਾ ਪਿਆ, ਠੱਗੀ ਮਾਰਦਾ ਪਿਆ, ਪਰਮਾਤਮਾ ਨੂੰ ਨੇੜੇ ਜਾਣਦਾ ਹੀ ਨਹੀਂ। ਸਵੇਰੇ ਘਰੋਂ ਤੁਰ ਪਿਆ ਹੈ ਕਿ ਮੈਂ ਹੁਣ ਚੱਲਿਆ ਆਪਣੇ ਕੰਮ 'ਤੇ, ਨੌਕਰੀ 'ਤੇ ਚੱਲਿਆ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਿਆ, ਨੌਕਰੀ ਦੀ ਸਮਾਪਤੀ ਹੋਈ ਹੈ, ਘਰ ਨੂੰ ਤੁਰਿਆ, ਰਹਿ ਰਾਸ ਦਾ ਪਾਠ ਸ਼ੁਰੂ ਕਰਿਆ, ਜਾਂਦਾ ਵੀ ਬਾਣੀ ਪੜ੍ਹਦਾ, ਆਉਂਦਾ ਵੀ ਬਾਣੀ ਪੜ੍ਹਦਾ। ਪਰ ਜਦੋਂ ਕੁਰਸੀ 'ਤੇ ਬੈਠ ਜਾਂਦਾ ਉਦੋਂ ਆਖਦਾ ਆਪਣੇ ਥੱਲੇ ਵਾਲੇ ਜਿਹੜੇ ਨੇ ਕਿ ਮੇਰੀ ਗੱਡੀ ਵਿੱਚ ਤੇਲ ਪਵਾਓ, ਭਾਵੇਂ ਦੂਜੇ ਦੀ ਗੱਡੀ 'ਚੋਂ ਕੱਢ ਕੇ, ਦੂਜੇ ਦੇ ਮੋਟਰਸਾਈਕਲ 'ਚੋਂ ਕੱਢ ਕੇ। ਅਫਸਰ ਹੈ ਨਾ ਇਸ ਵੇਲੇ, ਹੁਕਮ ਕਰਦਾ ਆਪਣੇ ਸਿਪਾਹੀਆਂ ਨੂੰ ਵੀ ਦੂਜਿਆਂ ਦਾ ਤੇਲ ਚੋਰੀ ਕਰਕੇ ਮੇਰੀ ਗੱਡੀ ਦੀ ਟੈਂਕੀ ਭਰ ਦਿਓ। ਪਾਤਸ਼ਾਹ ਕਹਿਣ ਲੱਗੇ ਸਵੇਰੇ ਆਇਆ, ਜਪਜੀ ਸਾਹਿਬ ਕਰਦਾ, ਜਾਂਦਾ ਵੀ, ਰਹਿ ਰਾਸ ਕਰਦਾ ਹੈ, ਪਰ ਆਹ ਪਾਪ ਤੋਂ ਤਾਂ ਫਿਰ ਵੀ ਨਹੀਂ ਹਟਦਾ ਪਿਆ। ਵਿਚਾਰ ਇਹ ਹੈ, ਮਹਾਰਾਜ ਕਹਿਣ ਲੱਗੇ ਪਰਮਾਤਮਾ ਤੇਰੇ ਨਾਲ ਹੈ, ਡਹਿਕਾਵੇ, ਪਰ ਲੋਕਾਂ ਨੂੰ ਤੂੰ ਠੱਗਦਾ ਹੈ, ਜਾਣਦਾ ਹੀ ਨਹੀਂ ਵੀ ਪਰਮਾਤਮਾ ਕੋਲ ਹੈ। ਤੇ ਡਹਿਕਾਵੇ ਦਾ ਦੂਜਾ ਅਰਥ ਵਿਦਵਾਨਾਂ ਨੇ ਕੀਤਾ ਭੜਕਾਉਣਾ, ਦੁਨੀਆ ਨੂੰ ਭੜਕਾਉਂਦਾ ਪਿਆ। ਇੱਧਰ ਦੀ ਗੱਲ ਉੱਧਰ, ਉੱਧਰ ਦੀ ਗੱਲ ਇੱਧਰ, ਇੱਧਰ ਚੁਗਲੀ ਲਾ ਦਿੱਤੀ, ਇੱਧਰੋਂ ਕਿਸੇ ਨੂੰ ਭੜਕਾ ਕੇ ਦੂਜੇ ਦੇ ਗੱਲ ਪਵਾ ਦਿੱਤਾ। ਮਹਾਰਾਜ ਕਹਿੰਦੇ ਕਦੇ ਜਾਣਿਆ ਹੀ ਨਹੀਂ ਤੂੰ ਵੀ ਪਰਮਾਤਮਾ ਮੇਰੇ ਨਾਲ ਤੇ ਮੈਨੂੰ ਵੇਖਦਾ, ਸਦ ਸੁਣਦਾ, ਸਦ ਵੇਖਦਾ ਕਿ ਉਹ ਮੁੱਕਰ ਪਿਆ ਜਾਏ। ਪਰਮਾਤਮਾ ਸੁਣਦਾ ਵੀ ਹੈ, ਉਹ ਵੇਖਦਾ ਵੀ ਹੈ, ਉਹਦੇ ਕੋਲੋਂ ਮੁੱਕਰਿਆ ਨਹੀਂ ਜਾਣਾ। ਮੁੱਕਰੀ ਦਾ ਉੱਥੇ ਹੈ ਜਿੱਥੇ ਸਾਨੂੰ ਇਹ ਪਤਾ ਹੋਵੇ ਵੀ ਇਹਨੂੰ ਪਤਾ ਨਹੀਂ ਹੈ, ਪਰ ਜਿੱਥੇ ਸਭ ਕੁਝ ਸਾਹਮਣੇ ਹੋਵੇ ਨਾ, ਉੱਥੇ ਮੁੱਕਰਿਆ ਨਹੀਂ ਜਾਣਾ। ਪਰ ਐਸੀ ਅਵਸਥਾ ਕਿਸੇ ਵਿਰਲੇ ਦੀ ਬਣਦੀ ਹੈ ਰੱਬ ਨੂੰ ਨੇੜੇ ਜਾਣਨਾ। ਆਪਾਂ ਇਹ ਸਾਖੀ ਸਰਵਣ ਕੀਤੀ, ਇੱਕ ਮਹਾਤਮਾ ਨੇ ਦੋ ਚੇਲੇ ਆ ਗਏ ਰਹਿਣ ਵਾਸਤੇ। ਉਹਨਾਂ ਨੇ ਦੋਵਾਂ ਨੂੰ ਇੱਕ ਇੱਕ ਕਬੂਤਰ ਫੜਾਇਆ, ਉੱਥੇ ਮਾਰ ਕੇ ਲੈ ਕੇ ਆਓ ਜਿੱਥੇ ਕੋਈ ਵੇਖਦਾ ਨਾ ਹੋਵੇ। ਇੱਕ ਜਿਹੜਾ ਬਹੁਤਾ ਲਾਲਚੀ ਹੈ ਉਹਨੇ ਕੰਧ ਦਾ ਓਲਾ ਕਰਕੇ ਤੇ ਉੱਥੇ ਹੀ ਧੌਣ ਮਰੋੜੀ ਲੈ ਆਇਆ, ਤੇ ਦੂਜਾ ਲੁਕਦਾ ਪਿਆ ਵੀ ਇਹੋ ਜਿਹੀ ਜਗ੍ਹਾ 'ਤੇ ਜਾਵਾਂ ਜਿੱਥੇ ਵੇਖੇ ਕੋਈ ਨਾ। ਇਹੋ ਜਿਹੀ ਜਗ੍ਹਾ ਲੱਭੀ ਕੋਈ ਨਹੀਂ ਹੈ, ਕਿਉਂਕਿ ਪਰਮਾਤਮਾ ਸਾਰੇ ਥਾਵਾਂ 'ਤੇ ਵੇਖਦਾ। ਵਾਪਸ ਆ ਗਿਆ ਜੀ, ਮੈਂ ਨਹੀਂ ਮਾਰ ਸਕਿਆ।
ਪੁੱਛਿਆ ਕਿਉਂ ਨਹੀਂ ਮਾਰ ਸਕਿਆ? ਕਹਿਣ ਲੱਗਾ ਜੀ ਰੱਬ ਤੇ ਸਭ ਥਾਂ ਤੇ ਵੇਖਦਾ ਹੈ, ਤੁਸੀਂ ਆਖਿਆ ਵੀ ਉੱਥੇ ਮਾਰੋ ਜਿੱਥੇ ਵੇਖਦਾ ਕੋਈ ਨਾ ਹੋਵੇ। ਮਹਾਰਾਜ ਕਹਿਣ ਲੱਗੇ ਸੰਗ ਸੋ ਪ੍ਰਭ, ਪਰਮਾਤਮਾ ਤੇਰੇ ਸੰਗ ਹੈ, ਤੇਰੇ ਨਾਲ ਹੈ, ਤੈਨੂੰ ਵੇਖਦਾ ਪਿਆ, ਤੈਨੂੰ ਸੁਣਦਾ ਪਿਆ। ਬੰਦਿਆ ਤੂੰ ਕੀ ਬੋਲਿਆ, ਕਿੰਨੀਆਂ ਕਿਸੇ ਨੂੰ ਗਾਲਾਂ ਦਿੱਤੀਆਂ, ਕਿੰਨੇ ਕਿਸੇ ਦੀ ਚੁਗਲੀ ਕੀਤੀ ਹੈ, ਕਿੰਨੀ ਵਾਰੀ ਕਿਸੇ ਦਾ ਮਨ ਦੁਖਾਇਆ, ਇਹ ਪਰਮਾਤਮਾ ਸੁਣਦਾ ਹੈ ਤੇ ਪਰਮਾਤਮਾ ਵੇਖਦਾ ਵੀ ਪਿਆ ਹੈ ਵੀ ਤੂੰ ਕੀ ਕਰਦਾ ਪਿਆ। ਗੁਪਤ ਕਰਤਾ, ਆਪਣੇ ਵੱਲੋਂ ਕੰਮ ਗੁਪਤ ਕਰਦਾ, ਲੋਕੇ ਵੀ ਦੁਨੀਆ ਨੂੰ ਪਤਾ ਨਾ ਲੱਗੇ। ਪਰ ਸੰਗ ਸੋ ਪ੍ਰਭੂ, ਪਰਮਾਤਮਾ ਤੇਰੇ ਨਾਲ ਹੈ। ਦਹਿਕਾਵੈ, ਲੋਕਾਂ ਨੂੰ ਠੱਗਦਾ, ਦਹਿਕਾਵੈ, ਲੋਕਾਂ ਨੂੰ ਭੜਕਾਉਂਦਾ। ਇਹ ਦੋ ਅਰਥ ਕੀਤੇ, ਕਿਸੇ ਨੂੰ ਭੜਕਾ ਦੇਣਾ, ਕਿਸੇ ਨੂੰ ਠੱਗ ਲੈਣਾ। ਮਨੁਖਾਏ, ਮਨੁਖਾਏ ਤੋਂ ਭਾਵ ਹੈ ਮਨੁੱਖਾਂ ਨੂੰ, ਮਨੁੱਖਾਂ ਨੂੰ ਠੱਗਦਾ, ਆਪਣੇ ਵਰਗਿਆਂ ਨੂੰ ਠੱਗਦਾ ਪਿਆ। ਯਾਰਾਂ ਦੋਸਤਾਂ ਨੂੰ, ਭੈਣਾਂ ਭਰਾਵਾਂ ਨੂੰ, ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ, ਸਭ ਨੂੰ ਠੱਗੀ ਆਉਂਦਾ। ਐਸੀ ਇਸ ਦੀ ਹਾਲਤ ਬਣ ਗਈ ਹੈ। ਵਿਸਾਰ ਹਰਿ ਜਿਉ ਬਿਖੈ ਭੋਗੈ। ਮਹਾਰਾਜ ਕਹਿਣ ਲੱਗੇ ਪਰਮਾਤਮਾ ਨੂੰ ਭੁਲਾ ਦਿੱਤਾ ਤੇ ਵਿਕਾਰਾਂ ਨੂੰ ਭੋਗਦਾ ਹੈ। ਚਾਹੀਦਾ ਤੇ ਪਰਮਾਤਮਾ ਨੂੰ ਯਾਦ ਕਰਨਾ, ਪਰ ਉਹਨੂੰ ਯਾਦ ਨਹੀਂ ਕਰਦਾ, ਸਗੋਂ ਵਿਕਾਰਾਂ ਨੂੰ ਚੇਤੇ ਕਰਦਾ। ਮੋਬਾਈਲ ਫੋਨ ਤੇ 3-3 ਘੰਟੇ ਵਿਕਾਰਾਂ ਦੀਆਂ ਗੱਲਾਂ ਲੋਕਾਂ ਨਾਲ ਕਰਦਾ ਰਹਿੰਦਾ, ਪਰ ਗੁਰਬਾਣੀ ਪੜ੍ਹਨ ਵਾਸਤੇ 10 ਮਿੰਟ ਦੇ ਕੋਲ ਨਹੀਂ। ਦੁਨੀਆ ਦੇ ਵਿੱਚ ਵਿਕਾਰ ਭੋਗਣ ਨਹੀਂ ਆਇਆ। ਵਿਕਾਰ ਤੇ ਦੂਜੀਆਂ ਜੂਨਾਂ ਵੀ ਭੋਗਦੀਆਂ ਨੇ, ਪਸ਼ੂ ਪੰਛੀ ਵੀ ਵਿਕਾਰਾਂ ਵਿੱਚ ਪਏ ਨੇ, ਸੰਤਾਨ ਪੈਦਾ ਕਰਦੇ। ਮਨੁੱਖ ਆਇਆ ਸੀ ਨਾਮ ਜਪਣ ਵਾਸਤੇ, ਪਰ ਕਹਿਣ ਲੱਗੇ ਵਿਸਾਰ ਹਰਿ ਜਿਉ, ਪਰਮਾਤਮਾ ਨੂੰ ਭੁਲਾ ਕੇ ਵਿਖੈ ਭੋਗੈ, ਵਿਕਾਰਾਂ ਨੂੰ ਭੋਗਦਾ ਹੈ। ਤਪਤ ਥੰਮ ਗਲ ਲਾਏ। ਗੁਰਮੁਖੋ, ਹਿੰਦੂ ਧਾਰਮਿਕ ਗ੍ਰੰਥ ਨੇ ਨਾ 18 ਪੁਰਾਣਾਂ ਦਾ ਆਪਾਂ ਜ਼ਿਕਰ ਕਈ ਵਾਰੀ ਸੁਣਿਆ, ਤੇ ਉਹਨਾਂ 18 ਪੁਰਾਣਾਂ ਦੇ ਵਿੱਚੋਂ ਇੱਕ ਗਰੁੜ ਪੁਰਾਣ ਨਾਮ ਦਾ ਗ੍ਰੰਥ ਹੈ। ਇਹ ਜਿਹੜਾ ਗਰੁੜ ਪੁਰਾਣ ਗ੍ਰੰਥ ਹੈ ਨਾ, ਪੁਰਾਣਾਂ ਦਾ ਇੱਕ ਗ੍ਰੰਥ ਗਰੁੜ ਪੁਰਾਣ ਹੈ, ਉਹਦੇ ਵਿੱਚ ਇਹ ਬਚਨ ਲਿਖਿਆ ਵੀ ਜਿਹੜਾ ਬੰਦਾ ਵਿਕਾਰ ਭੋਗਦਾ ਹੈ ਨਾ, ਕੁਕਰਮ ਕਰਦਾ, ਜਦੋਂ ਧਰਮਰਾਜ ਦੇ ਕੋਲ ਜਾਂਦਾ ਆਪਣਾ ਲੇਖਾ ਦੇਣ ਵਾਸਤੇ, ਤੇ ਉੱਥੋਂ ਫਿਰ ਇਸ ਨੂੰ ਕਹਿਣ ਲੱਗੇ ਵੀ ਵਿਅਕਤੀ ਨੂੰ ਲੋਹੇ ਦੇ ਗਰਮ ਕੀਤੇ ਹੋਏ ਜਿਹੜੇ ਕਲਬੂਤ ਬਣਾਏ ਨੇ ਉਹਨਾਂ ਦੇ ਨਾਲ ਲਾਇਆ ਜਾਂਦਾ। ਜੇ ਕੋਈ ਮਨੁੱਖ ਕੁਕਰਮੀ ਹੈ ਨਾ, ਕੁਕਰਮ ਕਰਦਾ, ਹਰ ਵੇਲੇ ਵਿਕਾਰ ਭੋਗਦਾ ਪਿਆ, ਤੇ ਉਸ ਨੂੰ ਲੋਹੇ ਦਾ ਕਲਬੂਤ, ਲੋਹੇ ਦਾ ਬੁੱਤ ਬਣਾ ਕੇ ਇਸਤਰੀ ਦਾ, ਤੇ ਉਹਦੇ ਗਲ ਲਾਇਆ ਜਾਂਦਾ ਵੀ ਲੈ ਇੱਥੇ ਹੁਣ ਇਸ ਨੂੰ ਜਫਾ ਪਾ। ਫਿਰ ਸੜਦੀ ਹੈ ਆਤਮਾ, ਦੁਖੀ ਹੁੰਦੀ ਹੈ। ਜੇ ਕੋਈ ਔਰਤ ਇਸ ਤਰ੍ਹਾਂ ਦਾ ਸੁਭਾਅ ਰੱਖਦੀ ਹੈ, ਤੇ ਉਸ ਨੂੰ ਮਰਦ ਦਾ ਕਲਬੂਤ ਬਣਾ ਕੇ, ਥੰਮ ਬਣਾ ਕੇ ਲੋਹੇ ਦਾ, ਤੇ ਉਹਦੇ ਗਲ ਲਾਇਆ ਜਾਂਦਾ ਹੈ। ਗਰੁੜ ਪੁਰਾਣ ਦੇ ਵਿੱਚ ਵਿਦਵਾਨਾਂ ਨੇ, ਰਿਖੀਆਂ ਨੇ ਬਚਨ ਲਿਖ ਦਿੱਤੇ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਤਪਤ ਥੰਮ ਗਲ ਲਾਏ, ਬਚਨ ਝੂਠਾ ਨਹੀਂ ਹੈ। ਹੁਣ ਸਾਡੇ ਵਿੱਚੋਂ ਕਈ ਬਹੁਤੇ ਵਿਦਵਾਨ ਪੈਦਾ ਹੋ ਜਾਣਗੇ, ਮੈਂ ਨਹੀਂ ਮੰਨਦਾ ਸ਼ਾਸਤਰ ਨੂੰ, ਉਹ ਤੇ ਗੱਪ ਗਪੌੜ ਲਿਖਿਆ, ਮੈਂ ਨਹੀਂ ਮੰਨਦਾ ਪੁਰਾਣ ਨੂੰ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਬਚਨ ਲਿਖ ਦਿੱਤਾ ਹੈ। ਹੁਣ ਭੱਜਿਆ ਨਹੀਂ ਜਾਣਾ, ਹੁਣ ਮੰਨਣਾ ਪਵੇਗਾ। ਪਾਤਸ਼ਾਹ ਕਹਿਣ ਲੱਗੇ ਵਿਸਾਰ ਹਰਿ ਜਿਉ ਵਿਖੈ ਭੋਗੈ, ਰੱਬ ਨੂੰ ਭੁਲਾ ਕੇ ਵਿਕਾਰਾਂ ਨੂੰ ਭੋਗਦਾ। ਤਪਤ ਥੰਮ ਗਲ ਲਾਏ, ਤੱਤੇ ਥੰਮ ਧਰਮਰਾਜ ਨੇ ਜਦੋਂ ਲੇਖਾ ਲੈਣਾ ਤੇਰੇ ਗਲ ਲਾਏ ਜਾਣਗੇ। ਜਿਹੜੇ ਕੰਮ ਤੂੰ ਜਿਉਂਦਿਆਂ ਜ਼ਿੰਦਗੀ ਵਿੱਚ ਕਰਦਾ ਰਿਹਾ ਨਾ, ਇਹਨਾਂ ਕੰਮਾਂ ਦਾ ਫਲ ਦੇਣ ਵਾਸਤੇ ਤੈਨੂੰ ਉੱਥੇ ਐਸੀ ਸਜ਼ਾ ਉਸਨੇ ਦੇਣੀ ਹੈ। ਮਹਾਰਾਜ ਫਰਮਾਉਂਦੇ ਹਨ ਰੇ ਨਰ ਕਾਏ ਪਰ ਗ੍ਰਹਿ ਜਾਏ। ਇਸ ਕਰਕੇ ਹੈ ਮਨੁੱਖਾ, ਕਾਏ ਤੋਂ ਭਾਵ ਹੈ ਕਿਉਂ ਜਾਂਦਾ ਪਰਾਏ ਘਰਾਂ ਵਿੱਚ, ਕਾਰਨ ਵੀ ਤੇ ਦੱਸ। ਤੇਰੀ ਇਸ ਤਰ੍ਹਾਂ ਦੀ ਮਨਸ਼ਾ ਕਿਉਂ ਹੋ ਗਈ ਹੈ, ਇਸ ਤਰ੍ਹਾਂ ਦੀ ਵਿਚਾਰ ਬੁੱਧੀ ਕਿਉਂ ਹੋ ਗਈ, ਆਪਣਾ ਘਰ ਛੱਡ ਕੇ ਬਾਹਰ ਤੁਰਿਆ ਫਿਰਦਾ ਕਿਉਂ ਜਾਂਦਾ ਪਿਆ। ਜੋ ਤੇਰੇ ਘਰ ਵਿੱਚ ਹੈ, ਜੋ ਤੇਰਾ ਸਰੀਰ ਹੈ, ਉਹੀ ਸਰੀਰ ਦੂਜਿਆਂ ਦਾ ਹੈ। ਸਰੀਰ ਇੱਕੋ ਜਿਹਾ ਹੈ, ਘਰ ਇੱਕੋ ਜਿਹਾ ਹੈ, ਪਰ ਆਪਣਾ ਘਰ ਛੱਡ ਕੇ ਦੂਜੇ ਘਰ ਵਿੱਚ ਕੁਕਰਮ ਕਰਨ ਵਾਸਤੇ ਕਿਉਂ ਜਾਂਦਾ। ਰੇ ਨਰ, ਐ ਮਨੁੱਖ, ਕਾਏ ਕਿਉਂ ਪਰ ਗ੍ਰਹਿ ਜਾਏ, ਪਰਾਏ ਘਰਾਂ ਵਿੱਚ ਕਿਉਂ ਜਾਂਦਾ। ਹੁਣ ਸਿੱਧਾ ਬਚਨ ਹੈ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਦਾ, ਜੇ ਅਜੇ ਵੀ ਸਮਝ ਨਾ ਲੱਗੇ ਤੇ ਫਿਰ ਅਸੀਂ ਸਮਝਣਾ ਨਹੀਂ ਚਾਹੁੰਦੇ। ਪਰਾਏ ਘਰ, ਦੂਜੇ ਘਰ ਵਿੱਚ ਜਾ ਕੇ ਕੁਕਰਮ ਕਰਦਾ, ਵਿਕਾਰ ਭੋਗਦਾ, ਕਿਉਂ ਕਰਦਾ। ਤੇਰੇ ਘਰ ਵਿੱਚ ਕੀ ਨਹੀਂ ਹੈ, ਸਭ ਕੁਝ ਹੈ ਜੋ ਤੇਰੇ ਘਰ ਵਿੱਚ ਹੈ। ਜੋ ਤੇਰਾ ਸਰੀਰ, ਇਹੋ ਜਿਹਾ ਸਰੀਰ ਦੂਜਿਆਂ ਦੇ ਨੇ,
ਤੇ ਫਿਰ ਕਾਏ ਕਿਉਂ ਆਪਣਾ ਘਰ ਛੱਡ ਕੇ ਕੁਕਰਮ ਕਰਨ ਵਾਸਤੇ ਪਰਗਾਮੀ ਹੁੰਦਾ ਹੈ, ਵਿਕਾਰ ਭੋਗਦਾ ਹੈ। ਫਿਰ ਫਰਮਾਉਂਦੇ ਹਨ ਰੇ ਨਰ ਕਾਏ ਪਰ ਗ੍ਰਹਿ ਜਾਏ। ਦੂਜਾ ਪਰਾਇਆ ਘਰ ਕੀ ਹੈ? ਇਹ ਘਰ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿੱਥੇ ਅਸੀਂ ਆਏ ਹਾਂ ਮੱਥਾ ਟੇਕਣ ਵਾਸਤੇ, ਕਥਾ ਸੁਣਨ ਵਾਸਤੇ। ਇਹ ਦਰ ਨੂੰ ਛੱਡ ਕੇ ਤੁਸੀਂ ਪਰਾਏ ਦਰ 'ਤੇ ਚਲੇ ਜਾਓ। ਕੁਝ ਲੋਕ ਭੂਤਾਂ ਦੀ ਪੂਜਾ ਕਰਦੇ, ਪ੍ਰੇਤਾਂ ਦੀ ਪੂਜਾ ਕਰਦੇ, ਰੁੱਖਾਂ ਦੀ ਪੂਜਾ ਕਰਦੇ, ਪਸ਼ੂਆਂ ਦੀ ਪੂਜਾ ਕਰਦੇ, ਜਾਦੂ ਟੂਣਿਆਂ ਦੀ ਪੂਜਾ ਕਰਦੇ। ਮਹਾਰਾਜ ਕਹਿੰਦੇ ਕਿਉਂ ਜਾਣਾ ਉੱਥੇ ਭਾਈ? ਇੱਥੇ ਬੈਠਾਂਗੇ ਕੀਰਤਨ ਸੁਣਾਂਗੇ, ਇੱਥੇ ਬੈਠਾਂਗੇ ਗੁਰਬਾਣੀ ਸੁਣਾਂਗੇ, ਇੱਥੇ ਬੈਠਾਂਗੇ ਕਥਾ ਸੁਣਾਂਗੇ। ਭੂਤਾਂ ਦੇ ਦਰ 'ਤੇ ਜਾਵੇਂਗਾ, ਉੱਥੇ ਕਥਾ ਨਹੀਂ ਕਿਸੇ ਨੇ ਸੁਣਾਉਣੀ ਹੈ। ਮਹਾਰਾਜ ਕਹਿਣ ਲੱਗੇ ਪਸ਼ੂਆਂ ਦੀ ਪੂਜਾ ਕਰੇਂਗਾ, ਉੱਥੇ ਕੀਰਤਨ ਨਹੀਂ ਪਸ਼ੂ ਨੇ ਤੈਨੂੰ ਸੁਣਾ ਦੇਣਾ। ਰੁੱਖਾਂ ਦੀ ਪੂਜਾ ਕਰੇਂਗਾ ਤੇ ਉੱਥੋਂ ਵੀ ਤੈਨੂੰ ਕੁਝ ਮਿਲਣਾ ਨਹੀਂ। ਕਾਏ ਪਰ ਗ੍ਰਹਿ ਜਾਏ, ਕਿਉਂ ਜਾਂਦਾ ਆਪਣੇ ਗੁਰੂ ਦਾ ਦਰ ਛੱਡ ਕੇ? ਗੁਰੂ ਦੇ ਦਰ 'ਤੇ ਕਥਾ ਵੀ ਮਿਲੇਗੀ, ਕੀਰਤਨ ਵੀ ਮਿਲੇਗਾ, ਨਿਤਨੇਮ ਵੀ ਮਿਲੇਗਾ, ਅਰਦਾਸ ਵੀ ਮਿਲੇਗੀ, ਸਤ ਸੰਗਤ ਵੀ ਮਿਲੇਗੀ। ਪਰ ਗੁਰੂ ਦਾ ਦਰ ਛੱਡ ਕੇ ਭੂਤਾਂ ਦੀ ਪੂਜਾ ਕਰਦਾ, ਪ੍ਰੇਤਾਂ ਦੀ ਪੂਜਾ ਕਰਦਾ, ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਕੋਈ ਰੁੱਖਾਂ ਦੀ ਪੂਜਾ ਕਰਦਾ, ਕੋਈ ਪਸ਼ੂਆਂ ਦੀ ਪੂਜਾ ਕਰਦਾ ਹੈ, ਪਰ ਉੱਥੋਂ ਇਹ ਦਾਤਾਂ ਨਹੀਂ ਮਿਲਣੀਆਂ। ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਝੂਠੀ ਕਿਰਿਆ ਵਿੱਚ ਦੁਨੀਆ ਲੱਗ ਗਈ ਹੈ, ਰੱਬ ਦੇ ਭੇਦ ਨੂੰ ਜਾਣਿਆ ਨਹੀਂ। ਰੇ ਨਰ ਬੰਦਿਆ, ਤੈਨੂੰ ਪ੍ਰਮਾਤਮਾ ਨੇ ਇਨਸਾਨ ਬਣਾਇਆ ਹੈ, ਤੈਨੂੰ ਬੁੱਧੀ ਦਿੱਤੀ ਹੈ, ਅਕਲ ਦਿੱਤੀ ਹੈ। ਤੂੰ ਇਨਸਾਨ ਬਣ ਕੇ ਪਸ਼ੂ ਦੀ ਪੂਜਾ ਕਰਦਾ ਪਿਆ, ਇਨਸਾਨ ਬਣ ਕੇ ਰੁੱਖ ਦੀ ਪੂਜਾ ਕਰਦਾ। ਕਾਏ ਕਿਉਂ? ਕਾਏ ਦਾ ਅਰਥ ਕਿਉਂ ਹੈ? ਕਿਉਂ ਭਾਈ ਇਹ ਕੰਮ ਕਰਦਾ ਪਿਆ? ਦੱਸ ਕਿਸ ਵਾਸਤੇ? ਗੁਰੂ ਦਾ ਦਰ ਛੱਡ ਕੇ ਐਸੇ ਦਰਾਂ 'ਤੇ ਭੜਕਦਾ ਪਿਆ ਹੈ। ਕੁਚਲ ਕਠੋਰ ਕਾਮ ਗਰਤਬ। ਗੁਰਮੁਖੋ ਕੁਚਲ, ਕੁਚਲ ਪਾਠ ਨਹੀਂ ਕਰਨਾ ਹੈ। ਕੁਚਲ ਤੋਂ ਭਾਵ ਹੁੰਦਾ ਗੁਰਮੁਖੋ ਅਪਵਿੱਤਰ। ਇਹ ਜਿਹੜਾ ਕਾਮ ਹੈ ਨਾ, ਤੈਨੂੰ ਬੜਾ ਚੰਗਾ ਲੱਗਦਾ ਵੀ ਕਾਮ ਵਕਾਰ ਭੋਗੀਏ, ਪਰ ਕਾਮ ਹੈ ਆ ਕੁਚਲ, ਅਪਵਿੱਤਰ ਹੀ ਹੈ। ਕੀ ਉੱਥੇ ਚੰਗਾ? ਚੰਗਾ ਕੁਝ ਨਹੀਂ ਹੈ। ਵਕਾਰ ਦੇ ਵਿੱਚ ਅੰਨਾ ਹੋਇਆ ਚੰਗਾ ਸਮਝਦਾ ਪਿਆ। ਜਦੋਂ ਵਕਾਰ ਭੋਗ ਲੈਂਦਾ ਫਿਰ ਗਲਾਨ ਕਰਦਾ, ਫਿਰ ਨਫ਼ਰਤ ਕਰਨ ਲੱਗ ਪੈਂਦਾ, ਫਿਰ ਨਹਾਉਣ ਧੋਣ ਲੱਗ ਪੈਂਦਾ। ਉਸੇ ਵਕਾਰ ਨੂੰ ਪਹਿਲਾਂ ਚੰਗਾ ਸਮਝਿਆ ਹੈ ਤੇ ਵਕਾਰ ਭੋਗਿਆ ਹੈ, ਭੋਗਣ ਤੋਂ ਬਾਅਦ ਵਿੱਚ ਗਲਾਨ ਕਰਦਾ। ਪਾਤਸ਼ਾਹ ਕਹਿਣ ਲੱਗੇ ਜਿਹੜਾ ਕਾਮ ਹੈ ਇਹ ਕਾਮ ਕੁਚਲ ਹੈ। ਕੁਚਲ ਤੋਂ ਭਾਵ ਅਪਵਿੱਤਰ ਹੈ, ਗੰਦਾ ਹੈ। ਤੇ ਦੂਜਾ ਬਚਨ ਹੈ ਕਠੋਰ, ਕਰੜੇ ਸੁਭਾਅ ਵਾਲਾ। ਇਹ ਜਿਹੜਾ ਕਾਮੀ ਵਿਅਕਤੀ ਹੈ ਕਰੜੇ ਸੁਭਾਅ ਵਾਲਾ ਹੈ। ਤੁਮ ਨਹੀਂ ਸੁਣਿਓ ਧਰਮ ਰਾਏ। ਕੁਚਲ ਕਠੋਰ ਕਾਮ ਗਰਦਬ। ਇਹ ਮਨੁੱਖ ਖੋਤੇ ਵਰਗਾ ਹੈ। ਗਰਦਬ ਨਾਮ ਖੋਤੇ ਦਾ ਹੈ। ਗਰਦਬ ਪ੍ਰੀਤ ਭਸਮ ਸੰਗ ਹੋਏ, ਆਪਾਂ ਬਚਨ ਪੜ੍ਹਦੇ ਹਾਂ। ਖੋਤੇ ਦਾ ਪਿਆਰ ਸਵਾਹ ਨਾਲ ਹੈ। ਖੋਤੇ ਨੂੰ ਛੱਡ ਦਿਓ, ਸਵਾਹ ਮਿਲੇਗੀ, ਰੂੜੀ ਮਿਲੇਗੀ, ਉੱਥੇ ਲੇਟਣ ਲੱਗ ਪਵੇਗਾ। ਉਹਦਾ ਪਿਆਰ ਹੀ ਉਹਦੇ ਨਾਲ। ਮਹਾਰਾਜ ਕਹਿਣ ਲੱਗੇ ਬੰਦਿਆ ਤੂੰ ਵੀ ਖੋਤਾ ਹੀ ਹੈ। ਖੋਤੇ ਵਾਂਗ ਹਰ ਵੇਲੇ ਕਾਮ ਦੇ ਵਿੱਚ ਹੀ ਵਿਅਸਤ ਰਹਿੰਦਾ ਹੈ ਤੇ ਕਾਮ ਬੜਾ ਕੁਚਲ ਕਹੀਏ ਪਵਿੱਤਰ ਹੈ। ਤੇ ਕਾਮੀ ਪੁਰਸ਼ ਬੜਾ ਕਠੋਰ ਹੈ। ਜਿਹੜੀ ਪ੍ਰਤੱਗਿਆ ਕਰ ਲਈ ਹੈ ਵੀ ਅੱਜ ਮੈਂ ਵਕਾਰ ਭੋਗਣਾ ਹੀ ਭੋਗਣਾ, ਭੋਗਣ ਬਿਨਾਂ ਪਿੱਛੇ ਨਹੀਂ ਹਟਦਾ। ਮਹਾਰਾਜ ਕਹਿੰਦੇ ਐਸੀ ਤੇਰੀ ਹਾਲਤ ਹੋ ਗਈ ਕਾਮੀ ਪੁਰਸ਼ਾ ਖੋਤੇ ਵਰਗਿਆ। ਤੁਮ ਨਹੀਂ ਸੁਣਿਓ ਧਰਮ ਰਾਏ। ਕਾਮ ਦੇ ਮਗਰ ਤੇ ਹੱਥ ਧੋ ਕੇ ਪੈ ਗਿਆ ਖੋਤੇ ਦੇ ਵਾਂਗ। ਹਰ ਵੇਲੇ ਉਸੇ ਵਿਚਾਰ ਵਿੱਚ ਬੈਠਾ ਰਹਿੰਦਾ। ਧਰਮ ਰਾਜੇ ਦਾ ਨਾਂ ਨਹੀਂ ਸੁਣਿਆ ਕਦੇ ਵੀ ਉਹ ਵੀ ਮੈਨੂੰ ਪੁੱਛੇਗਾ, ਉਹਨੇ ਵੀ ਮੇਰੇ ਕੋਲੋਂ ਲੇਖਾ ਲੈਣਾ। ਤੁਮ ਨਹੀਂ ਸੁਣਿਓ, ਸੁਣਿਆ ਨਹੀਂ ਬੰਦਿਆ। ਮਹਾਰਾਜ ਕੀ ਨਹੀਂ ਸੁਣਿਆ? ਕਹਿੰਦੇ ਧਰਮ ਰਾਏ, ਧਰਮ ਰਾਜੇ ਦਾ ਨਾਂ ਨਹੀਂ ਸੁਣਿਆ ਵੀ ਉਹਨੇ ਲੇਖਾ ਲੈਣਾ। ਪਰ ਦੁਨੀਆ ਦੇ ਲੋਕ ਇਹ ਗੱਲ ਕਹਿੰਦੇ ਆ ਜੱਗ ਮਿੱਠਾ ਤੇ ਅਗਲਾ ਕਿਨ ਡਿੱਠਾ। ਖਾ ਲਓ ਪੀ ਲਓ, ਵਕਾਰ ਭੋਗ ਲਓ, ਅੱਗੇ ਕਿੰਨੇ ਵੇਖਿਆ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਗੱਲ ਕਹਿ ਰਹੀ ਹੈ ਵੀ ਉਹ ਪਰਮਾਤਮਾ ਹੈ। ਤੂੰ ਸੁਣਿਆ ਨਹੀਂ ਕਦੇ ਨਾਮ ਉਹਦਾ, ਧਰਮ ਰਾਜੇ ਦਾ। ਕਾਮ ਦੇ ਵਿੱਚ ਪਿਆ ਹੋਇਆ ਹੈ। ਕੁਚਲ ਕਹੀਏ ਅਪਵਿੱਤਰ ਜਿਹੜਾ ਕਾਮ ਹੈ, ਕਠੋਰ ਕਹੀਏ ਬੜੇ ਤਕੜੇ ਹਿਰਦੇ ਵਾਲਾ ਬਣ ਕੇ ਦੋਨੇ ਹੱਥ ਝਾੜ ਕੇ ਪੈ ਗਿਆ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਮਹਾਰਾਜ ਕਹਿਣ ਲੱਗੇ ਕਰਤ ਬਕਾਰ ਦੋਊ ਕਰ ਝਾਰਤ।
ਰਾਮ ਰਤਨ ਰਿਦ ਤਿਲ ਨਹੀਂ ਧਾਰਤ। ਗੁਰਬਾਣੀ ਦਾ ਬਚਨ ਹੈ, ਦੋਵੇਂ ਹੱਥ ਝਾੜ ਕੇ ਧੋ ਕੇ ਮਗਰ ਹੀ ਪੈ ਗਿਆ ਵੀ ਵਕਾਰ ਹੀ ਭੁਗਣਾ, ਐਸਾ ਪ੍ਰਣ ਕਰ ਲਿਆ ਹੈ। ਪਾਤਸ਼ਾਹ ਕਹਿਣ ਲੱਗੇ ਕਾਮੀ ਪੁਰਸ਼ਾ ਤੂੰ ਗਧੇ ਵਰਗਾ ਹੈ। ਗਧੇ ਦਾ ਪਿਆਰ ਸਵਾਹ ਦੇ ਨਾਲ ਤੇ ਰੂੜੀ ਦੇ ਨਾਲ ਹੈ, ਤੇਰਾ ਪਿਆਰ ਵੀ ਵਕਾਰਾਂ ਦੇ ਨਾਲ ਹੀ ਹੈ, ਗੰਦਗੀ ਦੇ ਨਾਲ ਹੀ ਹੈ। ਪਰ ਇੱਕ ਬਚਨ ਸੁਣ ਲਾ, ਤੁਮ ਨਹੀਂ ਸੁਣਿਓ ਧਰਮ ਰਾਏ। ਤੂੰ ਹੋ ਸਕਦਾ ਧਰਮ ਰਾਜੇ ਦਾ ਨਾਮ ਨਾ ਸੁਣਿਆ ਹੋਵੇ, ਪਰ ਜਦੋਂ ਉਹਦੇ ਸਾਹਮਣੇ ਤੈਨੂੰ ਖੜਿਆ ਜਾਏਗਾ ਨਾ, ਖੜਾ ਕੀਤਾ ਜਾਵੇਗਾ, ਫਿਰ ਉੱਥੇ ਐਸੀ ਸਜ਼ਾ ਮਿਲਣੀ ਹੈ। ਨਕਾਏ ਰਾਤੜਿਆ ਵਾੜ ਦੁਹੇਲੀ ਰਾਮ ਪਾਪ ਕਮਾਵੰਦਿਆ, ਤੇਰਾ ਕੋਈ ਨਾ ਬੇਲੀ। ਉੱਥੇ ਕਿਸੇ ਨੇ ਬੇਲੀ ਨਹੀਂ ਬੰਨਾ ਹੈ, ਉੱਥੇ ਸਜ਼ਾ ਤੈਨੂੰ ਇਕੱਲੇ ਨੂੰ ਭੁਗਣੀ ਪੈਣੀ ਹੈ। ਪਾਤਸ਼ਾਹ ਕਹਿਣ ਲੱਗੇ ਜਿੱਥੋਂ ਪਤਾ ਹੋਵੇ ਨਾ ਸਜ਼ਾ ਮਿਲਣੀ ਹੈ, ਤੇ ਫਿਰ ਉੱਥੇ ਬੰਦਾ ਮਾੜਾ ਕੰਮ ਨਹੀਂ ਕਰਦਾ, ਉਹਨੂੰ ਡਰ ਹੁੰਦਾ ਵੀ ਸਜ਼ਾ ਬੜੀ ਸਖਤ ਹੈ। ਸਾਡੇ ਦੇਸ਼ ਦੇ ਵਿੱਚ ਕਈ ਤਰ੍ਹਾਂ ਦੇ ਇੱਥੇ ਮਾੜੇ ਚੰਗੇ ਕੰਮ ਹੁੰਦੇ, ਕਿਉਂਕਿ ਸਜ਼ਾ ਸੌਖੀ ਹੈ, ਛੁੱਟ ਵੀ ਜਾਂਦਾ ਵਿਅਕਤੀ, ਅਫਸਰ ਖਰੀਦ ਲੈ ਜਾਂਦੇ, ਜ਼ਮਾਨਤਾਂ ਹੋ ਜਾਂਦੀ। ਬਾਹਰਲੇ ਦੇਸ਼ਾਂ ਦਾ ਕਾਨੂੰਨ ਸਖਤ ਹੈ, ਤੇ ਉੱਥੇ ਬੰਦਾ ਮਾੜਾ ਕੰਮ ਕਰਨ ਤੋਂ ਵੀ 100 ਵਾਰੀ ਸੋਚਦਾ ਵੀ ਜੇ ਫੜਿਆ ਗਿਆ ਤੇ ਬਖਸ਼ਿਆ ਨਹੀਂ ਜਾਣਾ। ਸਾਊਦੀ ਅਰਬ ਦੇ ਵਿੱਚ ਜਿਹੜੇ ਵੱਡੇ ਵੱਡੇ ਸ਼ੇਖ ਨੇ ਕਾਨੂੰਨ ਇਹੋ ਜਿਹਾ ਬਣਾਇਆ ਹੈ, ਉਸ ਕਾਨੂੰਨ ਦੇ ਲਪੇਟੇ ਵਿੱਚ ਜੇ ਸ਼ੇਖਾਂ ਦਾ ਲੜਕਾ ਵੀ ਆ ਗਿਆ ਤੇ ਬਚਣਾ ਉਹਨੇ ਵੀ ਕੋਈ ਨਹੀਂ ਹੈ। ਸਾਰਿਆਂ ਵਾਸਤੇ ਬਰਾਬਰ ਕਾਨੂੰਨ ਹੈ। ਜਿੰਨਾ ਕਾਨੂੰਨ ਸਖਤ ਹੈ ਉਨਾ ਫਿਰ ਮਾੜਾ ਕੰਮ ਵੀ ਉੱਥੇ ਘੱਟ ਹੈ। ਪਾਤਸ਼ਾਹ ਕਹਿਣ ਲੱਗੇ ਧਰਮ ਰਾਜੇ ਦਾ ਕਾਨੂੰਨ ਬੜਾ ਸਖਤ ਹੈ, ਸਜ਼ਾ ਬੜੀ ਕਰੜੀ ਦੇਵੇਗਾ, ਬਾਜਾ ਜੇ ਬਚਿਆ ਜਾਂਦਾ, ਨਹੀਂ ਤੇ ਜ਼ਿੰਦਗੀ ਬੜੀ ਥੋੜੀ ਹੈ, ਇਹਦਾ ਲੇਖਾ ਤੈਨੂੰ ਦੇਣਾ ਪੈਣਾ ਹੈ। ਰਹਾਉ ਵਿਕਾਰ ਪਾਥਰ ਗਲੇ ਬੰਦ। ਗੁਰਮੁਖੋ ਬਚਨ ਇਹ ਹੈ, ਹੁਣ ਮੰਨ ਲਓ ਵੀ ਆਪਾਂ ਦਰਿਆ ਤਰਨਾ ਹੋਵੇ, ਦਰਿਆ ਪਾਰ ਲੰਘਣਾ ਹੋਵੇ, ਤੇ ਆਪਾਂ ਕੀ ਕਰਾਂਗੇ? ਸਭ ਤੋਂ ਪਹਿਲਾਂ ਇਹ ਵੇਖੀਦਾ ਵੀ ਮੇਰੇ ਕੋਲ ਬਹੁਤਾ ਭਾਰ ਨਾ ਹੋਵੇ, ਮੈਂ ਇਕੱਲਾ ਤੇ ਤਰ ਕੇ ਲੰਘਾਂਗਾ, ਪਰ ਸਮਾਨ ਲੈ ਕੇ ਨਹੀਂ ਲੰਘਿਆ ਜਾਣਾ। ਮਹਾਰਾਜ ਕਹਿਣ ਲੱਗੇ ਤੂੰ ਸੰਸਾਰ ਨੂੰ ਪਾਰ ਕਰਨਾ, ਸੰਸਾਰ ਵੀ ਸਮੁੰਦਰ ਹੈ, ਪਰ ਇਹਦੇ ਵਿੱਚ ਵਿਕਾਰ ਪਾਥਰ, ਵਿਕਾਰਾਂ ਦੇ ਪੱਥਰ ਤੇ ਗਲ ਵਿੱਚ ਬੰਨ੍ਹ ਲੈ। ਹੁਣ ਬੰਦਾ ਕੋਈ ਦਰਿਆ ਪਾਰ ਕਰਨਾ ਚਾਹਵੇ, ਉਹ ਗਲ ਵਿੱਚ ਪੱਥਰ ਬੰਨ੍ਹ ਲਵੇ, ਸਿਰ ਤੇ ਪੰਡ ਚੁੱਕ ਲਵੇ, ਤੇ ਫਿਰ ਆਖੇ ਵੀ ਹੁਣ ਦਰਿਆ ਤਰ ਕੇ ਲੰਘਾਂਗਾ, ਤੇ ਲੰਘਿਆ ਨਹੀਂ ਨਾ ਜਾਣਾ, ਡੁੱਬ ਜਾਣਾ ਨਾ। ਪੱਥਰ ਵੀ ਭਾਰਾ ਤੇ ਪੰਡ ਵੀ ਭਾਰੀ ਹੈ। ਮਹਾਰਾਜ ਕਹਿੰਦੇ ਸੰਸਾਰ ਜਿਹੜਾ ਸਮੁੰਦਰ, ਇਹਨੂੰ ਤਰਨਾ ਤੇ ਹੈ, ਪਰ ਵਿਕਾਰ ਪਾਥਰ, ਤੂੰ ਵਿਕਾਰਾਂ ਰੂਪੀ ਪੱਥਰ ਆਪਣੇ ਗਲ ਵਿੱਚ ਬੰਨ੍ਹ ਲੈ। ਪਤਾ ਨਹੀਂ ਕਿੰਨੇ ਕੁ ਕ੍ਰੋਧ ਨੂੰ ਭੋਗਿਆ, ਕਿੰਨੇ ਕੁ ਲੋਭ ਨੂੰ ਭੋਗਿਆ, ਕਿੰਨੇ ਕੁ ਕਾਮ ਨੂੰ ਭੋਗਿਆ, ਕਿੰਨੇ ਕੁ ਮੋਹ ਨੂੰ ਭੋਗਿਆ, ਇਹ ਵਿਕਾਰਾਂ ਰੂਪੀ ਪੱਥਰ ਤੂੰ ਗਲ ਵਿੱਚ ਬੰਨ੍ਹ ਲੈ। ਫਿਰ ਫਰਮਾਉਂਦੇ ਹਨ ਵਿਕਾਰ ਪਾਥਰ ਗਲੇ ਬੰਦ। ਪਾਪਾਂ ਰੂਪੀ ਪੱਥਰ, ਅੱਜ ਸਵੇਰੇ ਪਾਪ ਕੀਤਾ, ਫਿਰ ਪਾਪ ਕੀਤਾ, ਦੁਪਹਿਰੇ ਪਾਪ ਕੀਤਾ, ਸ਼ਾਮ ਪਾਪ ਕੀਤਾ, ਰਾਤ ਪਾਪ ਕੀਤਾ, ਹਰ ਵੇਲੇ ਪਾਪ ਕਰਦਾ। ਮਹਾਰਾਜ ਕਹਿਣ ਲੱਗੇ ਪਾਪਾਂ ਰੂਪੀ ਪੱਥਰ ਗਲੇ ਬੰਨੀ ਜਾਣਾ, ਪੱਥਰ ਤੇ ਇੱਕ ਲੈ ਕੇ ਨਹੀਂ ਤਰਿਆ ਜਾਣਾ, ਤੂੰ ਤੇ ਪੱਥਰਾਂ ਦਾ ਟਰੱਕ ਭਰੀ ਬੈਠਾ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਮਹਾਰਾਜ ਨੇ ਲਿਖਿਆ ਨਾ, ਪਾਪਾਂ ਦਾ ਭਰਿਆ ਬੰਦਿਆ, ਤੇਰੇ ਵਿੱਚ ਪਾਪ ਹੀ ਪਾਪ ਨੇ, ਗੁਣ ਹੈ ਹੀ ਕੋਈ ਨਹੀਂ। ਇੰਨੇ ਪਾਪਾਂ ਦਾ ਭਾਰ ਲੈ ਕੇ ਕਿਵੇਂ ਤਰੇਂਗਾ? ਪਾਪਾਂ ਦੇ ਪੱਥਰ ਗਲ ਵਿੱਚ ਬੰਨ੍ਹ ਲੈ ਹਨ। ਨਿੰਦ ਪੋਟ ਸਿਰਾਏ। ਦੂਜਿਆਂ ਦੀ ਨਿੰਦਿਆ ਕਰਨੀ, ਚਾਰ ਬੰਦਿਆਂ ਵਿੱਚ ਖੜ ਜਾਂਦਾ ਹੈ ਤੇ ਫਿਰ ਦੂਜਿਆਂ ਦੀ ਮੈਲ ਧੋਂਦਾ ਹੈ, ਫਲਾਣਾ ਬੜਾ ਮਾੜਾ ਹੈ, ਫਲਾਣੇ ਨੇ ਆਹ ਕੰਮ ਕੀਤਾ ਹੈ। ਇਸ ਤਰ੍ਹਾਂ ਨਿੰਦਿਆ ਕਰ ਕਰਕੇ ਦੂਜੇ ਦੀ ਮੈਲ ਧੋਂਦਾ, ਤੇ ਨਿੰਦਿਆ ਰੂਪੀ ਪੰਡ ਸਿਰ ਤੇ ਚੁੱਕ ਲਈ ਹੈ। ਲੰਘਣਾ ਸਮੁੰਦਰ ਵਿੱਚੋਂ ਹੈ, ਗਲ ਵਿੱਚ ਪੱਥਰ ਪਾ ਲੈ ਤੇ ਸਿਰ ਤੇ ਪੰਡ ਚੁੱਕ ਲਈਏ। ਤੇ ਪਾਤਸ਼ਾਹ ਕਹਿੰਦੇ ਪਾਰ ਕਿਵੇਂ ਹੋਣਾ? ਦੱਸ ਤੇ ਸਹੀ ਵੀ ਇੰਨਾ ਭਾਰ ਲੈ ਕੇ ਕਿਵੇਂ ਪਾਰ ਜਾਏਗਾ? ਸ਼ੇਰ ਨੂੰ ਖੋਤਾ ਕਹਿ ਦੇਣਾ, ਇਹ ਸ਼ੇਰ ਦੀ ਨਿੰਦਿਆ, ਇਹਨੂੰ ਨਿੰਦਿਆ ਕਹਿੰਦੇ। ਜੋ ਨਾ ਹੋਵੇ ਉਹ ਕਹਿ ਦੇਣਾ ਇਹ ਨਿੰਦਿਆ ਹੈ। ਹੁਣ ਸ਼ੇਰ ਹੈ ਤੇ ਸ਼ੇਰ, ਪਰ ਸ਼ੇਰ ਨੂੰ ਜੇ ਕੋਈ ਖੋਤਾ ਕਹਿ ਦੇਵੇ, ਜੈਮਰਾ ਕਹਿ ਦੇਵੇ, ਇਹ ਨਿੰਦਿਆ ਹੈ। ਅਸਲੀਅਤ ਨੂੰ ਅਸਲੀਅਤ ਨਾ ਕਹਿਣਾ, ਕੁਝ ਹੋਰ ਕਹਿਣਾ, ਉਹ ਨਿੰਦਿਆ ਹੈ। ਚਾਰ ਬੰਦਿਆਂ ਵਿੱਚ ਬੈਠ ਜਾਂਦਾ ਹੈ। ਪਾਤਸ਼ਾਹ ਕਹਿਣ ਲੱਗੇ ਨਿੰਦ ਪੋਟ ਸਰਾਏ, ਨਿੰਦਾ ਦੀ ਪੰਡ ਨਿੰਦਾ ਕਰ ਕਰਕੇ ਪੰਡ ਸਿਰ ਤੇ ਚੁੱਕ ਲਈ ਹੈ। ਮਹਾਸਾਗਰ ਸਮੁੰਦ ਲੰਘਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੰਸਾਰ ਸਮੁੰਦਰ ਨੂੰ ਲੰਘਣਾ ਹੈ, ਪਾਰ ਕਰਨਾ ਹੈ। ਇਹ ਜਿਹੜਾ ਸੰਸਾਰ ਹੈ ਤੂੰ ਇਹਨੂੰ ਪਾਰ ਕਰਨਾ ਹੈ। ਤੇ ਬਚਨ ਇਹ ਆ ਵੀ ਪਾਰ ਕਰੇਗਾ ਕਿਵੇਂ? ਪੱਥਰ ਤੇ ਗਲ ਵਿੱਚ ਪਾ ਲੈ ਤੇ ਪੰਡ ਸਿਰ ਤੇ ਚੁੱਕ ਲਈ ਹੈ।
ਨਿੰਦਿਆ ਦੀ ਭੰਡ ਚੁੱਕੀ ਹੈ, ਪਾਪਾਂ ਦੇ ਪੱਥਰ ਗਲ ਵਿੱਚ ਪਾਏ, ਤੇ ਪਾਰ ਕਿਵੇਂ ਲੰਘਣਾ ਹੈ। ਪਾਰ ਨਾ ਪਰਨਾ ਜਾਏ। ਸਤਿਗੁਰੂ ਕਹਿਣ ਲੱਗੇ, ਉਹ ਭਲਿਆ, ਤੇਰੇ ਕੋਲੋਂ ਪਾਰ ਨਹੀਂ ਉਹ ਲੰਘਿਆ ਜਾਣਾ। ਇਹ ਬਚਨ ਸਮਝ ਲੈ। ਜੇ ਕੋਈ ਵਿਅਕਤੀ ਘੱਟ ਸਮਝਦਾਰ ਹੈ ਨਾ, ਦਰਿਆ ਦੇ ਕਿਨਾਰੇ ਐਸਾ ਭਾਰ ਚੁੱਕ ਵੀ ਲਵੇ, ਤੇ ਕੋਈ ਸਿਆਣਾ ਖਲੋਤਾ ਹੋਵੇ ਤੇ ਉਹ ਕਹਿ ਦਿੰਦਾ, ਭਾਈ ਜੇ ਡੁੱਬਣਾ ਹੈ ਤੇ ਫਿਰ ਤੇ ਲੈ ਜਾ, ਤੇ ਜੇ ਤਰਨਾ ਚਾਹਣਾ ਤੇ ਭਾਰ ਲੈ ਕੇ ਨਹੀਂ ਉਹ ਪਾਰ ਲੰਘਿਆ ਜਾਣਾ। ਹੁਣ ਸਤਿਗੁਰੂ ਸਾਨੂੰ ਸਮਝਾਉਂਦੇ ਪਏ ਵੀ ਜੇ ਸੰਸਾਰ ਸਮੁੰਦਰ ਤੋਂ ਤਰਨਾ, ਇਹ ਭਾਰ ਲੈ ਕੇ ਨਹੀਂ ਉਹ ਤਰਿਆ ਜਾਣਾ, ਇਹ ਤੋਂ ਵਿਹਲੇ ਹੋਣਾ ਪੈਣਾ ਹੈ। ਪਾਪਾਂ ਵਕਾਰਾਂ ਦਾ ਭਾਰ ਲਾ ਦੇ, ਨਿੰਦਿਆ ਦਾ ਭਾਰ ਲਾ ਕੇ ਤੁਰੇਗਾ ਤੇ ਤਾਂ ਤਰਨਾ ਹੈ, ਨਹੀਂ ਤੇ ਤਰਿਆ ਨਹੀਂ ਜਾਂਦਾ ਹੈ। ਫਿਰ ਫਰਮਾਉਂਦੇ ਹਨ, ਮਹਾਸਾਗਰ ਸਮੁੰਦ ਲੰਘਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਵਿਸ਼ਿਆਂ ਰੂਪੀ ਇਹ ਜਿਹੜਾ ਸੰਸਾਰ ਹੈ, ਇਸ ਨੂੰ ਲੰਘਣਾ ਪਾਰ ਨਾ ਪਰਨਾ ਜਾਏ। ਬੜਾ ਕਠਨ ਹੈ, ਬੜਾ ਔਖਾ ਹੈ ਭਾਈ, ਲੰਘਿਆ ਨਹੀਂ ਜਾਂਦਾ, ਇਹ ਤੋਂ ਲੰਘਿਆ ਨਹੀਂ ਜਾਣਾ ਹੈ। ਕਾਮ ਕ੍ਰੋਧ ਲੋਭ ਮੋਹ ਵਿਆਪਿਓ। ਪਾਤਸ਼ਾਹ ਕਹਿਣ ਲੱਗੇ, ਕਾਮ ਦੇ ਵਿੱਚ ਲੱਗ ਪੈਂਦਾ ਹੈ, ਕਾਮ ਨੂੰ ਛੱਡਦਾ ਹੈ ਤੇ ਫਿਰ ਲੋਭ ਦੇ ਵਿੱਚ ਲੱਗ ਪੈਂਦਾ ਹੈ, ਲੋਭ ਦੇ ਵੱਲੋਂ ਹਟਦਾ ਹੈ ਤੇ ਕ੍ਰੋਧ ਵਿੱਚ ਲੱਗ ਪੈਂਦਾ। ਹੁਣ ਜੇ ਵਿਕਾਰਾਂ ਨੂੰ ਭੋਗੇਗਾ ਕਾਮੀ ਹੋ ਕੇ, ਤੇ ਫਿਰ ਮਾਇਆ ਵੀ ਤੇ ਚਾਹੀਦੀ ਹੈ ਨਾ, ਫਿਰ ਮਾਇਆ ਨੂੰ ਇਕੱਠੀ ਕਰਦਾ, ਮਾਇਆ ਇਕੱਠੀ ਕਰਦਾ ਤੇ ਫਿਰ ਲੋਕਾਂ ਨਾਲ ਲੜਾਈ ਵੀ ਹੋਵੇਗੀ, ਖੋ ਕੇ ਖਾਣਾ ਹੈ। ਪਾਤਸ਼ਾਹ ਕਹਿਣ ਲੱਗੇ, ਇੱਕ ਵਿਕਾਰ ਦੇ ਮਗਰ ਦੂਜਾ ਆ ਜਾਂਦਾ ਹੈ, ਕਾਮ ਨੂੰ ਭੋਗਦਾ ਤੇ ਮਗਰ ਲੋਭ ਆ ਗਿਆ। ਹੁਣ ਜੇਬ ਵਿੱਚ ਖਰਚਾ ਵੀ ਚਾਹੀਦਾ ਹੈ, ਜੇ ਲੋਭ ਹੈ ਤੇ ਫਿਰ ਉਸ ਵੇਲੇ ਕ੍ਰੋਧ ਵੀ ਆ ਜਾਂਦਾ, ਫਿਰ ਲੜਦਾ ਵੀ ਹੈ, ਦੁਨੀਆ ਨਾਲ ਝਗੜਾ ਵੀ ਕਰਦਾ, ਤੇ ਫਿਰ ਮੋਹ ਆ ਜਾਂਦਾ। ਮਹਾਰਾਜ ਕਹਿਣ ਲੱਗੇ, ਕਾਮ ਕ੍ਰੋਧ ਲੋਭ ਮਹਿ ਵਿਆਪਿਆ। ਕਾਮ ਕ੍ਰੋਧ ਦੇ ਵਿੱਚ ਲੱਗਾ ਹੋਇਆ, ਲੋਭ ਦੇ ਵਿੱਚ ਲੱਗਾ ਹੋਇਆ, ਤੇ ਸੰਬੰਧੀਆਂ ਦਾ, ਰਿਸ਼ਤੇਦਾਰਾਂ ਦਾ ਜਿਹੜਾ ਮੋਹ ਹੈ ਉਹ ਤੇਰੇ ਮਨ ਵਿੱਚ ਬਹੁਤਾ ਜ਼ਿਆਦਾ ਵਿਆਪਿਆ, ਬਹੁਤਾ ਪੈ ਰਿਹਾ ਹੈ। ਨੇਤਰ ਰੱਖੇ ਫਿਰਾਏ। ਰੱਬ ਦੇ ਵੱਲੋਂ ਨੇਤਰ ਹੀ ਫੇਰ ਛੱਡੇ, ਰੱਬ ਵੱਲੇ ਵੇਖਦਾ ਹੀ ਨਹੀਂ ਪਿਆ, ਹਰ ਵੇਲੇ ਨੇਤਰ ਦੁਨੀਆ ਵਾਲੇ ਪਾਸੇ ਰੱਖਦਾ ਹੈ। ਤੇ ਗੁਰਮੁਖੋ, ਦੁਨਿਆਵੀ ਤੌਰ ਤੇ ਅਸੀਂ ਵੇਖੀਏ, ਅਸੀਂ ਕਿਸੇ ਦਾ ਕੋਈ ਦੇਣਾ ਹੋਵੇ ਨਾ, ਜਾਂ ਸਾਡੇ ਕਿਸੇ ਗੁਨਾਹ ਦਾ ਕਿਸੇ ਨੂੰ ਪਤਾ ਹੋਵੇ ਨਾ, ਤਾਂ ਅਸੀਂ ਉਹਦੇ ਨਾਲ ਅੱਖਾਂ ਨਹੀਂ ਮਿਲਾਉਂਦੇ, ਅੱਖਾਂ ਨੀਵੀਆਂ ਕਰ ਲਈਦੀਆਂ, ਜਾਂ ਇੱਧਰ ਉੱਧਰ ਅੱਖਾਂ ਚੁਰਾਈ ਦੀਆਂ ਵੀ ਇਹਨੂੰ ਨਾ ਹੀ ਹੁਣ ਬੁਲਾਉਣਾ ਪਵੇ, ਇਹਨੂੰ ਮੇਰੀ ਕਰਤੂਤ ਦਾ ਪਤਾ ਹੈ। ਮਹਾਰਾਜ ਕਹਿਣ ਲੱਗੇ, ਬੰਦਿਆ, ਰੱਬ ਦੇ ਵੱਲੋਂ ਵੀ ਨੇਤਰ ਫਰਾ ਕੇ ਬੈਠਾ, ਕਦੇ ਨੇਤਰ ਮਿਲਾਉਂਦਾ ਹੀ ਨਹੀਂ ਉਹਦੇ ਨਾਲ, ਨੇਤਰ ਦੂਜੇ ਪਾਸੇ ਹੀ ਕਰਕੇ ਰੱਖਦਾ ਵੀ ਰੱਬ ਵੱਲ ਨਾ ਹੀ ਵੇਖਣਾ ਪਵੇ। ਮਹਾਰਾਜ ਕਹਿਣ ਲੱਗੇ, ਨੇਤਰ ਰੱਖੇ ਫਿਰਾਏ, ਤੈਨੇ ਆਪਣੀਆਂ ਅੱਖਾਂ ਜਿਹੜੀਆਂ ਨੇ ਉਹ ਫੇਰ ਕੇ ਰੱਖੀਆਂ ਹੋਈਆਂ, ਭਾਵ ਕਿ ਰੱਬ ਦੇ ਕਦੇ ਸਨਮੁਖ ਹੋਇਆ ਹੀ ਨਹੀਂ, ਐਸੀ ਤੇਰੀ ਹਾਲਤ ਹੈ। ਫਿਰ ਫਰਮਾਉਂਦੇ ਹਨ, ਕਾਮ ਕ੍ਰੋਧ ਲੋਭ ਮੋਹ ਵਿਆਪਿਓ। ਮਹਾਰਾਜ ਕਹਿਣ ਲੱਗੇ, ਵਿਕਾਰਾਂ ਵਿੱਚ ਲੱਗੇ ਹੋਏ ਬੰਦਿਆ, ਬਚਨ ਸੁਣਨਾ ਕਰ। ਨੇਤਰ ਰੱਖੇ ਫਿਰਾਏ। ਤੂੰ ਆਪਣੇ ਜਿਹੜੇ ਨੇਤਰ ਨੇ ਉਹ ਪਰਮਾਤਮਾ ਨੇ ਤੈਨੂੰ ਪਾਪੀ ਸਮਝ ਕੇ ਆਪਣੇ ਵੱਲੋਂ ਫਰਾ ਲੈਣਾ। ਤੂੰ ਅੱਜ ਰੱਬ ਦੇ ਨਾਲ ਅੱਖਾਂ ਨਹੀਂ ਨਾ ਮਿਲਾਉਂਦਾ, ਤਾਂ ਨਹੀਂ ਮਿਲਾਉਂਦਾ ਵੀ ਮੈਂ ਪਾਪੀ ਹਾਂ, ਪਰ ਜਦੋਂ ਪਰਮਾਤਮਾ ਨੇ ਜਾਣਿਆ ਵੀ ਇਹ ਪਾਪੀ ਹੈ, ਤੇ ਪਰਮਾਤਮਾ ਨੇ ਵੀ ਤੇਰੇ ਨਾਲ ਨੇਤਰ ਨਹੀਂ ਮਿਲਾਉਣੇ, ਤੇਰੇ ਗੁਰੂ ਨੇ ਵੀ ਤੇਰੇ ਨਾਲ ਨੇਤਰ ਨਹੀਂ ਮਿਲਾਉਣੇ, ਪਾਪੀ ਸਮਝ ਕੇ ਤੈਨੂੰ ਛੱਡ ਦੇਣਾ ਹੈ। ਤੇ ਜੇ ਗੁਰੂ ਨੇ ਛੱਡ ਦਿੱਤਾ ਤੇ ਫਿਰ ਹਾਲਤ ਕੀ ਬਣੇਗੀ? ਫਿਰ ਲੋਕ ਪਰਲੋਕ ਦੇ ਵਿੱਚ ਰੱਖਿਆ ਕੋਈ ਨਹੀਂ ਨਾ ਕਰੇਗਾ, ਕੋਈ ਮਦਦਗਾਰ ਨਹੀਂ ਹੋਵੇਗਾ। ਮਹਾਰਾਜ ਕਹਿਣ ਲੱਗੇ, ਨੇਤਰ ਫਰਾਉਣ ਤੋਂ ਭਾਵ ਹੁੰਦਾ ਹੈ, ਜੇ ਕੋਈ ਮਾੜੀ ਚੀਜ਼ ਖਾਣ ਵਾਲੀ ਹੈ, ਕਹਿਣ ਲੱਗਾ ਖਾ ਲਓ, ਕਿਹੜਾ ਕੋਈ ਵੇਖਦਾ ਹੈ। ਮਾੜਾ ਬਚਨ ਸੁਣਨ ਵਾਲਾ ਕਹਿੰਦਾ ਸੁਣ ਲਓ, ਕਿਹੜਾ ਕੋਈ ਵੇਖਦਾ ਹੈ। ਇਹ ਹੈ ਨੇਤਰ ਫਰਾਉਣ, ਵੀ ਰੱਬ ਨੂੰ ਹਰ ਵੇਲੇ ਆਖਣਾ ਵੀ ਉਹ ਤੇ ਦੂਰ ਹੀ ਹੈ, ਜੋ ਮਰਜ਼ੀ ਕਰੋ, ਨਜ਼ਾਰੇ ਲਵੋ, ਐਸੀ ਹਾਲਤ ਹੈ। ਫਿਰ ਰੱਬ ਨੇ ਤੈਨੂੰ ਵੀ ਪਾਪੀ ਜਾਣ ਕੇ ਆਪਣੇ ਨੇਤਰ ਫੇਰ ਲੈਣੇ, ਤੇਰੇ ਵੱਲ ਵੀ ਉਸਨੇ ਆਪਣੇ ਮਿਹਰ ਦੀ ਨਜ਼ਰ ਨਹੀਂ ਕਰਨੀ ਹੈ। ਜੇ ਉਹਦੀ ਮਿਹਰ ਦੀ ਨਜ਼ਰ ਹੋ ਗਈ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰ। ਜੇ ਤੇ ਉਹਨੇ ਮਿਹਰ ਦੀ ਨਜ਼ਰ ਕੀਤੀ, ਤੇਰੇ ਦੁੱਖ ਕੱਟ ਦੇਵੇਗਾ, ਪਰ ਜੇ ਉਹਨੇ ਤੈਨੂੰ ਪਾਪੀ ਜਾਣ ਲਿਆ, ਫਿਰ ਨਜ਼ਰ ਤੇਰੇ ਤੇ ਨਹੀਂ ਕਰੇਗਾ, ਫਿਰ ਬੜੀ ਭਾਰੀ ਸਜ਼ਾ ਮਿਲਦੀ ਹੈ। ਸੀਸ ਉਠਾਵਨ ਨ ਕਬਹੂ ਮਿਲਹੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੰਸਾਰ ਦੇ ਕੰਮਾਂ ਵੱਲੋਂ ਕਦੇ ਸਿਰ ਉਠਾਉਂਦਾ ਹੀ ਨਹੀਂ। ਇੱਕ ਜ਼ਿੰਮੇਵਾਰੀ ਪੂਰੀ ਹੈ ਤੇ ਦੂਜੀ ਥੱਲੇ ਸਿਰ ਦੇ ਦਿੰਦਾ, ਦੂਜੀ ਜ਼ਿੰਮੇਵਾਰੀ ਪੂਰੀ ਕਰਦਾ, ਫਿਰ ਤੀਜੀ ਥੱਲੇ ਸਿਰ ਦੇ ਦਿੰਦਾ। ਪੁੱਤ ਬਣ ਗਏ, ਪੋਤਰੇ ਬਣ ਗਏ, ਪੜਪੋਤਰੇ ਬਣ ਗਏ, ਘਰ ਵੀ ਬਣ ਗਿਆ, ਮਹਿਲ ਮਾੜੀਆਂ ਬਣ ਗਈਆਂ, ਰਿਜ਼ਕ ਪਦਾਰਥ ਬੇਅੰਤ ਹੈ, ਪਰ ਅਜੇ ਵੀ ਸਿਰ ਜਿਹੜਾ ਨਾ ਜ਼ਿੰਮੇਵਾਰੀਆਂ ਤੋਂ ਨਹੀਂ ਕੱਢਣਾ ਚਾਹੁੰਦਾ।
ਅਜੇ ਵੀ ਬਿਠਾ ਕੇ ਸਾਰਿਆਂ ਨੂੰ ਸਲਾਹ ਦਿੰਦਾ ਵੀ ਤੁਹਾਨੂੰ ਤਜਰਬਾ ਨਹੀਂ, ਮੈਨੂੰ ਬਹੁਤਾ ਹੈ, ਜਿਵੇਂ ਮੈਂ ਕਹਿੰਦਾ ਉਵੇਂ ਹੀ ਕਰੋ। ਪਾਤਸ਼ਾਹ ਕਹਿਣ ਲੱਗੇ ਧਿਆਨ ਨੂੰ ਰੱਬ ਦੇ ਵਾਲੇ ਪਾਸੇ ਤੇ ਲਾਉਂਦਾ ਹੀ ਨਹੀਂ ਵੀ ਹੁਣ ਮੈਂ ਦੁਨੀਆ ਤੋਂ ਜਾਣਾ ਹੈ। ਸੀਸ ਉਠਾਵਨ ਕਬਹੂ ਨਾ ਮਿਲੇ। ਸੰਸਾਰਕ ਧੰਦਿਆਂ ਵਿੱਚ ਇਹੋ ਜਿਹਾ ਵਿਅਸਤ ਹੋ ਗਿਆ, ਖਚਤ ਹੋ ਗਿਆ, ਧੰਦੇ ਵਿੱਚ ਇੰਨਾ ਡੁੱਬਿਆ ਹੋਇਆ ਹੈ ਵੀ ਆਪਣਾ ਸਿਰ ਕਦੇ ਉਠਾਉਣਾ ਮਿਲਦਾ ਹੀ ਨਹੀਂ। ਭਾਵੇਂ ਹੈ ਆਪਣੇ ਸਿਰ ਨੂੰ ਕਦੇ ਗੁਰੂ ਅੱਗੇ ਝੁਕਾਉਣ ਦਾ ਸਮਾਂ ਹੀ ਨਹੀਂ ਮਿਲਿਆ। ਆਪਣੇ ਸਿਰ ਦੇ ਨਾਲ ਕਦੇ ਇਹ ਨਹੀਂ ਆਖਿਆ ਵੀ ਚਲੋ ਅੱਜ ਮੈਂ ਗੁਰਬਾਣੀ ਦਾ ਨਿਤਨੇਮ ਹੀ ਕਰ ਲਵਾਂ, ਅੱਜ ਮੈਂ ਪਾਠ ਹੀ ਕਰ ਲਵਾਂ। ਕਹਿਣ ਲੱਗਾ ਸਮਾਂ ਹੀ ਹੈ ਨਹੀਂ ਕੋਲ ਮੇਰੇ, ਮੈਂ ਤੇ ਇੰਨਾ ਵਿਅਸਤ ਰਹਿੰਦਾ ਹਾਂ ਵੀ ਸਿਰ ਖੁਰਕਣ ਦਾ ਟਾਈਮ ਨਹੀਂ ਹੈ। ਭਾਈ ਬੰਦਾ ਰੱਖ ਲਾਓ, ਖਾਰਚ ਕਰ ਦਿਆ ਕਰੇਗਾ, ਜੇ ਇੰਨਾ ਵੀ ਟਾਈਮ ਨਹੀਂ। ਮਹਾਰਾਜ ਕਹਿਣ ਲੱਗੇ ਭਾਈ ਸੰਸਾਰਕ ਕੰਮਾਂ ਵਿੱਚ ਇੰਨਾ ਵਿਅਸਤ ਹੋ ਗਿਆ, ਇੰਨਾ ਡੁੱਬ ਗਿਆ, ਨਹੀਂ ਪਤਾ ਲੱਗਦਾ ਰਾਤ ਕਦੋਂ ਹੈ, ਨਹੀਂ ਪਤਾ ਲੱਗਦਾ ਦਿਨ ਕਦੋਂ ਹੈ, ਨਿਤਨੇਮ ਦਾ ਸਮਾਂ ਕਿਹੜਾ ਪਤਾ ਹੀ ਨਹੀਂ, ਪ੍ਰਸ਼ਾਦਾ ਛਕਣ ਦਾ ਵੀ ਟਾਈਮ ਕੋਈ ਕੋਲ ਨਹੀਂ ਹੈ, ਇੰਨਾ ਕੰਮ ਵਿੱਚ ਵਿਅਸਤ ਹੋ ਗਿਆ। ਮਹਾਰਾਜ ਕਹਿਣ ਲੱਗੇ ਸੀਸ ਉਠਾਵਨ ਕਬਹੂ ਨਾ ਮਿਲੇ। ਸੰਸਾਰਕ ਕੰਮਾਂ ਵਿੱਚ ਇੰਨਾ ਵਿਅਸਤ ਹੈ ਵੀ ਕਦੇ ਸਿਰ ਉਠਾਉਣਾ ਨਹੀਂ ਮਿਲਦਾ। ਭਾਵ ਇਹ ਹੈ ਵੀ ਕਦੇ ਨਿਤਨੇਮ ਨਹੀਂ ਕਰਦਾ, ਕਦੇ ਸਿਮਰਨ ਨਹੀਂ ਕਰਦਾ ਹੈ। ਮਹਾਂ ਦੁੱਤਰ ਮਾਏ। ਗੁਰਮੁਖੋ ਇਹ ਜਿਹੜੀ ਮਾਏ ਹੈ ਨਾ, ਮਾਇਆ ਇਹ ਤਰਨੀ ਬੜੀ ਔਖੀ ਹੈ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਇਹ ਸੰਸਾਰ ਵਿਕਾਰਾਂ ਦਾ ਭਰਿਆ ਹੋਇਆ। ਮਾਇਆ ਇਹੋ ਜਿਹੀ ਚਿੰਬੜੀ ਹੋਈ ਹੈ, ਇਸ ਨੂੰ ਤਰਨਾ ਬੜਾ ਔਖਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾ। ਮਾਇਆ ਦਾ ਤਾਂ ਇੰਨਾ ਬਲ ਹੈ ਕਿ ਮਾਤਾ ਦੇ ਗਰਭ ਦੇ ਵਿੱਚ ਪਰਮਾਤਮਾ ਨੂੰ ਲਿਵ ਲਾ ਕੇ ਚੇਤੇ ਕਰਦਾ ਹੈ। 100 ਜਨਮ ਦਾ ਗਿਆਨ ਹੈ, ਲਿਵ ਲੱਗੀ ਹੋਈ ਹੈ। ਲਿਵ ਲੱਗੀ ਤੇ ਤਾਂ ਹੀ ਟੁੱਟੀ ਹੈ ਨਾ, ਜੇ ਲੱਗੀ ਨਾ ਹੋਵੇ ਤਾਂ ਮਹਾਰਾਜ ਨੇ ਟੁੱਟੀ ਨਹੀਂ ਸੀ ਲਿਖਣਾ। ਲਿਵ ਛੁਟਕੀ, ਲਿਵ ਟੁੱਟੀ ਹੈ, ਟੁੱਟੀ ਤਾਂ ਕਿਉਂਕਿ ਪਹਿਲਾਂ ਲੱਗੀ ਹੈ। ਮਾਤਾ ਦੇ ਗਰਭ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਨਾਲ ਲਿਵ ਲਾ ਕੇ ਰੱਖੀ ਹੈ, ਪਰ ਜਦੋਂ ਹੀ ਦੁਨੀਆ ਤੇ ਆਇਆ ਲਿਵ ਛੁਟਕੀ, ਲਿਵ ਟੁੱਟ ਗਈ ਉਸੇ ਵੇਲੇ। ਮਾਇਆ ਅਮਰ ਵਰਤਾਇਆ। ਮੈਂ ਮਾਇਆ ਐਸੇ ਬਲ ਵਾਲੀ ਐਸਾ ਹੁਕਮ ਵਰਤਾ ਗਈ ਹੈ ਵੀ ਹੁਣ ਦੁਬਾਰਾ ਲਿਵ ਲਾਉਣੀ ਇਹਦੇ ਕੋਲੋਂ ਲੱਗਦੀ ਨਹੀਂ ਪਈ ਹੈ। ਮਹਾਰਾਜ ਕਹਿਣ ਲੱਗੇ ਭਾਈ ਮਹਾਂ ਦੁੱਤਰ ਮਾਏ, ਇਹ ਮਾਇਆ ਜਿਹੜੀ ਬਹੁਤੇ ਬਲ ਵਾਲੀ ਹੈ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਆਖੇ ਤੇ ਫਿਰ ਕਿਸੇ ਸਿੱਖ ਨੇ ਸਵਾਲ ਕੀਤਾ, ਮਹਾਰਾਜ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ ਨੇ ਵੀ ਉਹਨਾਂ ਦੀ ਵੀ ਇਹੋ ਹੀ ਹਾਲਤ ਹੁੰਦੀ ਹੈ ਜਿਹੜੀ ਸੰਸਾਰੀ ਲੋਕਾਂ ਦੀ ਹਾਲਤ ਹੈ? ਤੇ ਮਹਾਰਾਜ ਫਰਮਾਉਂਦੇ ਹਨ ਸੂਰ ਮੁਕਤਾ ਸੱਸੀ ਮੁਕਤਾ। ਮਹਾਰਾਜ ਕਹਿਣ ਲੱਗੇ ਸੂਰ ਨਾਮ ਹੈ ਸੂਰਜ ਦਾ। ਸੂਰਜ ਜਿਹੜਾ ਹੈ ਉਹ ਭਲੇ ਤੇ ਬੁਰੇ ਜਿਹੜੇ ਪਦਾਰਥ ਨੇ ਉਹਨਾਂ ਦੇ ਰਸ ਨੂੰ ਸੋਖਦਾ ਹੋਇਆ ਮੁਕਤ ਰੂਪ ਹੈ। ਇੱਥੇ ਇਹ ਨਹੀਂ ਕਹਿਣਾ ਵੀ ਸੂਰਜ ਮੁਕਤ ਹੋ ਗਿਆ ਹੈ। ਸੂਰਜ ਮੁਕਤੀ ਵਿੱਚ ਨਹੀਂ ਹੈ, ਨਾ ਹੀ ਚੰਦਰਮਾ ਮੁਕਤੀ ਵਿੱਚ ਹੈ। ਮਹਾਰਾਜ ਨੇ ਆਖਿਆ ਮੈਲਾ ਬਰਮਾ, ਮੈਲਾ ਇੰਦ, ਰਵ ਮੈਲਾ, ਮੈਲਾ ਹੈ ਚੰਦ। ਇਹ ਗੁਰਬਾਣੀ ਦਾ ਬਚਨ ਹੈ ਵੀ ਸੂਰਜ ਵੀ ਮੈਲਾ ਹੈ ਤੇ ਚੰਦਰਮਾ ਵੀ ਮੈਲਾ ਹੈ, ਬਰਮਾ ਵੀ ਮੈਲਾ ਹੈ। ਕਿਉਂ ਮੈਲਾ ਆਖਿਆ? ਕਿਉਂਕਿ ਇਹਨਾਂ ਨੇ ਵਕਾਰ ਭੋਗਿਆ ਨੇ। ਬਰਮਾ ਆਪਣੀ ਲੜਕੀ ਦੇ ਨਾਲ ਹੀ ਵਿਆਹ ਕਰਾ ਲੈਂਦਾ ਤੇ ਚੰਦਰਮਾ ਜਿਹੜਾ ਹੈ ਆਪਣੇ ਗੁਰੂ ਦੀ ਪਤਨੀ ਦੇ ਕੋਲੋਂ ਬੱਚਾ ਪੈਦਾ ਕਰ ਲੈਂਦਾ। ਇਹ ਸਾਰੇ ਦੇਵਤੇ ਮੈਲੇ ਨੇ, ਵਕਾਰੀ ਨੇ, ਮੁਕਤ ਨਹੀਂ ਹੋਏ ਹਨ। ਮਹਾਰਾਜ ਕਹਿਣ ਲੱਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ, ਅੰਤ ਫਸੇ ਜਮ ਫਾਸ ਪਰੇਂਗੇ। 10ਵੇਂ ਪਾਤਸ਼ਾਹ ਦਾ ਬਚਨ ਹੈ ਵੀ ਇਹ ਵੱਡੇ ਵੱਡੇ ਦੇਵਤਿਆਂ ਦੇ ਗਲ ਵਿੱਚ ਮੌਤ ਦੀ ਫਾਹੀ ਪੈਣੀ ਹੈ, ਕਿਉਂਕਿ ਮੁਕਤ ਨਹੀਂ, ਇਹਨਾਂ ਨੇ ਲੇਖਾ ਦੇਣਾ ਹੈ। ਇੱਥੇ ਬਚਨ ਇਹ ਨਹੀਂ ਸਮਝ ਲੈਣਾ ਹੈ ਵੀ ਮਹਾਰਾਜ ਨੇ ਆਖਿਆ ਸੂਰ ਮੁਕਤਾ ਤੇ ਸਸੀ ਮੁਕਤਾ, ਵੀ ਇਹਦਾ ਭਾਵ ਇਹ ਵੀ ਸੂਰਜ ਮੁਕਤ ਹੈ ਤੇ ਚੰਦਰਮਾ ਮੁਕਤ ਹੈ। ਨਹੀਂ, ਇਹ ਲਿਖੇ ਵਿੱਚ ਨੇ, ਇਹਨਾਂ ਦੇ ਜਨਮ ਨੇ, ਇਹ ਮੁਕਤ ਨਹੀਂ। ਇੱਥੇ ਭਾਵ ਇਹ ਹੈ ਕਿ ਜਦੋਂ ਸੂਰਜ ਚੜ੍ਹਦਾ ਹੈ ਨਾ, ਸੂਰਜ ਦੀ ਧੁੱਪ ਰੂੜੀ 'ਤੇ ਪੈਂਦੀ ਹੈ, ਰੂੜੀ ਨੂੰ ਵੀ ਉਹ ਸੋਖ ਲੈਂਦਾ ਹੈ। ਜੇ ਫੁੱਲਾਂ 'ਤੇ ਪੈਂਦੀ ਹੈ ਤੇ ਫੁੱਲਾਂ ਨੂੰ ਵੀ ਸੋਖ ਲੈਂਦਾ ਹੈ। ਪਰ ਇਹਨਾਂ ਸਾਰਿਆਂ ਨੂੰ ਸੋਖਦਿਆਂ ਹੋਇਆਂ ਉਹ ਆਪ ਨਿਰਲੇਪ ਰਹਿੰਦਾ ਹੈ, ਆਪ ਨਹੀਂ ਇਹਨਾਂ ਵਿੱਚ ਜਾ ਕੇ ਡੁੱਬਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਲਿਖਿਆ, ਕਹਿਣ ਲੱਗੇ ਬ੍ਰਹਮ ਗਿਆਨੀ ਸਦਾ ਨਿਰਲੇਪ। ਬ੍ਰਹਮ ਗਿਆਨੀ ਦਾ ਸੁਭਾਅ ਵੀ ਇਸੇ ਤਰ੍ਹਾਂ ਦਾ ਹੀ ਹੈ। ਬ੍ਰਹਮ ਗਿਆਨੀ ਵੀ ਸਾਡੇ ਤਰ੍ਹਾਂ ਸੰਸਾਰ ਵਿੱਚ ਹੀ ਰਹਿੰਦਾ ਹੈ, ਉਹ ਵੀ ਪੁੱਤਰਾਂ ਧੀਆਂ ਵਿੱਚ ਹੀ ਰਹਿੰਦਾ।
ਬ੍ਰਹਮ ਗਿਆਨੀ ਵੀ ਸਾਡੇ ਵਾਂਗ ਕਾਰ ਵਿਵਹਾਰ ਕਰਦਾ ਹੈ, ਪਰ ਰਹਿੰਦਾ ਹੋਇਆ ਸੰਸਾਰ ਵਿੱਚ ਨਿਰਲੇਪ ਰਹਿੰਦਾ। ਮਹਾਰਾਜ ਕਿਵੇਂ ਨਿਰਲੇਪ ਰਹਿ ਸਕਦਾ ਬੰਦਾ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਜੈਸੇ ਜਲ ਮੈਂ ਕਮਲ ਅਲੇਪ। ਹੁਣ ਕਮਲ ਦਾ ਫੁੱਲ ਵੀ ਤੇ ਚਿੱਕੜ ਵਿੱਚ ਹੀ ਪੈਦਾ ਹੋਇਆ ਨਾ, ਜਾਲਾ ਲੱਗਾ, ਚਿੱਕੜ ਲੱਗਾ, ਉਹਦੇ ਵਿੱਚ ਪੈਦਾ ਹੋ ਕੇ ਮੁੜ ਕੇ ਡੁੱਬਦਾ ਨਹੀਂ, ਬਾਹਰ ਹੀ ਰਹਿੰਦਾ ਪਾਣੀ ਐ ਸਾਫ ਸੁਥਰਾ। ਪਾਤਸ਼ਾਹ ਕਹਿੰਦੇ ਭਾਈ ਐਸੇ ਤਰ੍ਹਾਂ ਬ੍ਰਹਮ ਗਿਆਨੀ ਵੀ ਸੰਸਾਰ ਰੂਪੀ ਚਿੱਕੜ ਵਿੱਚੋਂ ਹੀ ਪੈਦਾ ਹੁੰਦਾ ਹੈ, ਮੋਹ ਰੂਪੀ ਇੱਥੇ ਵੀ ਜਾਲਾ ਹੈ। ਪਰ ਪਾਤਸ਼ਾਹ ਕਹਿਣ ਲੱਗੇ ਬ੍ਰਹਮ ਗਿਆਨੀ ਨਿਰਲੇਪ ਹੈ, ਡੁੱਬਦਾ ਨਹੀਂ ਕਦੇ ਮੋਹ ਵਿੱਚ, ਸੰਸਾਰ ਵਿੱਚ। ਦੂਜਾ ਬਚਨ ਕਰਦੇ ਪਏ, ਬ੍ਰਹਮ ਗਿਆਨੀ ਸਦਾ ਨਿਰਦੋਖ। ਬ੍ਰਹਮ ਗਿਆਨੀ ਸਦਾ ਨਿਰਦੋਖ ਹੈ, ਕਿਸੇ ਬੰਧਨ ਵਿੱਚ ਨਹੀਂ। ਕਿਵੇਂ? ਜੈਸੇ ਸੂਰਬ ਸਰਬ ਕੋ ਸੋਖ। ਸੂਰਜ ਚੜ੍ਹਿਆ ਆਕਾਸ਼ ਦੇ ਉੱਪਰ, ਉਹ ਸਾਰਿਆਂ ਨੂੰ ਸੋਖਦਾ ਪਿਆ ਆਪਣੇ ਵਿੱਚ, ਰੂੜੀ ਨੂੰ, ਗੰਦਗੀ ਨੂੰ, ਚੰਗੇ ਥਾਂ ਨੂੰ, ਫੁੱਲਾਂ ਨੂੰ, ਪਰ ਕਿਸੇ ਵਿੱਚ ਆਪ ਖਚਤ ਨਹੀਂ ਹੋਇਆ, ਆਪ ਗੰਦਾ ਨਹੀਂ ਹੋਇਆ, ਸੋਖਦਾ ਵੀ ਪਿਆ, ਨਿਰਲੇਪ ਹੈ। ਜੈਸੇ ਸੂਰਬ ਸਰਬ ਕੋ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ। ਮਹਾਰਾਜ ਕਹਿਣ ਲੱਗੇ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਹਵਾ ਚੱਲਦੀ ਹੈ ਨਾ, ਹਵਾ ਇਹ ਨਹੀਂ ਵੇਖਦੀ ਵੀ ਆ ਭਿਖਾਰੀ ਬੈਠਾ, ਮੈਂ ਇਹਦੇ ਕੋਲ ਨਹੀਂ ਜਾਣਾ, ਪਾਸਿਓਂ ਲੰਘ ਜਾਵਾਂ। ਹਵਾ ਇਹ ਨਹੀਂ ਵੇਖਦੀ ਵੀ ਇੱਥੇ ਚੱਕਰਵਰਤੀ ਬਾਦਸ਼ਾਹ ਬੈਠਾ, ਪ੍ਰਧਾਨ ਮੰਤਰੀ ਬੈਠਾ, ਮੈਂ ਇਹਨੂੰ ਲੱਗ ਕੇ ਜਾਵਾਂ, ਇਹ ਖੁਸ਼ ਹੋ ਜਾਵੇ। ਨਹੀਂ, ਹਵਾ ਦਾ ਸੁਭਾਅ ਇਹ ਹੈ, ਭਾਵੇਂ ਕੋਈ ਮੰਗਤਾ ਹੈ, ਭਾਵੇਂ ਕੋਈ ਗੰਦਾ ਹੈ, ਭਾਵੇਂ ਕੋਈ ਨਹਾਤਾ ਹੈ, ਭਾਵੇਂ ਕੋਈ ਲਿਬੜਿਆ ਹੋਇਆ, ਭਾਵੇਂ ਕੋਈ ਰਾਜਾ ਹੈ, ਹਵਾ ਸਾਰਿਆਂ ਨੂੰ ਬਰਾਬਰ ਹੀ ਲੱਗਦੀ ਹੈ। ਇਹ ਹਵਾ ਦਾ ਸੁਭਾਅ ਹੈ। ਪਾਤਸ਼ਾਹ ਕਹਿਣ ਲੱਗੇ ਜਿਵੇਂ ਹਵਾ ਸਾਰਿਆਂ ਨੂੰ ਬਰਾਬਰ ਹੈ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵੀ ਸਾਰਿਆਂ ਨੂੰ ਬਰਾਬਰ ਹੀ ਹੈ। ਬ੍ਰਹਮ ਗਿਆਨੀ ਕੋਲ ਚੋਰ ਆ ਜਾਵੇ, ਸਾਧੂ ਆ ਜਾਵੇ, ਸਾਰਿਆਂ ਨੂੰ ਬਰਾਬਰ ਦੇਖਦਾ ਹੈ। ਕਿਵੇਂ ਦੇਖਦਾ ਹੈ? ਜਿਵੇਂ ਹਵਾ ਸਾਰਿਆਂ ਨੂੰ ਬਰਾਬਰ ਲੱਗਦੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋ ਖੋਦਾ ਹੈ ਕੋ ਚੰਦਨ ਲੇਪ। ਧਰਤੀ ਦਾ ਜਿਵੇਂ ਸੁਭਾਅ ਹੈ, ਬ੍ਰਹਮ ਗਿਆਨੀ ਦਾ ਸੁਭਾਅ ਵੀ ਐਸੇ ਤਰ੍ਹਾਂ ਦਾ ਹੈ। ਬ੍ਰਹਮ ਗਿਆਨੀ ਕਾ ਇਹ ਗਨਾਓ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ। ਬ੍ਰਹਮ ਗਿਆਨੀ ਵਿੱਚ ਇਹ ਗੁਣ ਹੈ ਜਿਵੇਂ ਅੱਗ ਦੇ ਵਿੱਚ ਗੁਣ। ਅੱਗ ਵਿੱਚ ਕੀ ਗੁਣ ਹੈ? ਠੰਡ ਲੱਗਦੀ ਹੈ, ਅੱਗ ਬਾਲ ਲਵੋ, ਠੰਡ ਦੂਰ ਹੋ ਜਾਂਦੀ ਹੈ, ਸਗੋਂ ਤਪਸ਼ ਆ ਜਾਂਦੀ ਹੈ। ਅੱਗ ਦਾ ਇਹ ਗੁਣ ਹੈ ਵੀ ਉਹਦੇ ਵਿੱਚ ਕੁਝ ਵੀ ਪਾੜ ਦਿਓ ਤੇ ਪਾ ਦਿਓ ਤੇ ਉਹ ਸਭ ਕੁਝ ਸਾੜ ਦਿੰਦੀ ਹੈ। ਮਹਾਂਪੁਰਖਾਂ ਦਾ ਜੀਵਨ ਵੀ ਇਸ ਤਰ੍ਹਾਂ ਦਾ ਹੀ ਹੈ, ਜਿਹੜਾ ਉਹਨਾਂ ਦੇ ਕੋਲ ਚਲੇ ਜਾਂਦਾ ਹੈ, ਉਹਨਾਂ ਦੀ ਵਿਕਾਰਾਂ ਦੀ ਤਪਸ਼ ਬੁਝਾ ਦਿੰਦੇ ਨੇ। ਵਿਕਾਰਿਕ ਜਿਵੇਂ ਅੱਗ ਨੇ ਠੰਡ ਦੂਰ ਕਰ ਦਿੱਤੀ ਨਾ, ਸੇਕ ਦੇ ਕੇ, ਐਸੇ ਤਰ੍ਹਾਂ ਬ੍ਰਹਮ ਗਿਆਨੀ ਮਹਾਂਪੁਰਖ ਦੇ ਕੋਲ ਚਲੇ ਜਾਈਏ ਤੇ ਵਿਕਾਰਾਂ ਰੂਪੀ ਠੰਡ ਦੂਰ ਕਰ ਦਿੰਦਾ। ਜਿਵੇਂ ਅੱਗ ਸੇਕ ਪੈਦਾ ਕਰਦੀ ਹੈ, ਬ੍ਰਹਮ ਗਿਆਨੀ ਸਾਡੇ ਅੰਦਰ ਪਰਮਾਤਮਾ ਦੇ ਸਿਮਰਨ ਦਾ ਸੇਕ ਪੈਦਾ ਕਰ ਦਿੰਦਾ ਵੀ ਹੋਰ ਸਿਮਰਨ ਕਰੀਏ, ਹੋਰ ਸਿਮਰਨ ਕਰੀਏ। ਐਸੀ ਤਪਸ਼ਤਾ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਅੱਗ ਸਭ ਕੁਝ ਸਾੜ ਦਿੰਦੀ ਹੈ, ਬ੍ਰਹਮ ਗਿਆਨੀ ਇਸ ਤਰ੍ਹਾਂ ਵਿਅਕਤੀ ਦੇ ਸਾਰੇ ਗੁਨਾਹ ਸਾੜ ਦਿੰਦਾ ਹੈ। ਇਹ ਬ੍ਰਹਮ ਗਿਆਨੀ ਦਾ ਤੇ ਅੱਗ ਦਾ ਸੁਭਾਅ ਲਿਖਿਆ। ਮਹਾਰਾਜ ਕਹਿਣ ਲੱਗੇ ਬ੍ਰਹਮ ਗਿਆਨੀ ਕਾ ਇਹ ਗੁਨਾਹ, ਨਾਨਕ ਜੋ ਪਾਵਕ ਕਾ ਸਹਿਜ ਸੁਭਾਅ। ਜਿਵੇਂ ਅੱਗ ਦਾ ਸੁਭਾਅ ਹੈ, ਬ੍ਰਹਮ ਗਿਆਨੀ ਦਾ ਸੁਭਾਅ ਹੈ। ਅੱਗ ਲੱਕੜਾਂ ਨੂੰ ਸਾੜਦੀ ਹੈ, ਬ੍ਰਹਮ ਗਿਆਨੀ ਸਾਡੇ ਵਿਕਾਰ ਸਾੜ ਦਿੰਦਾ ਹੈ। ਅੱਗ ਠੰਡ ਦੂਰ ਕਰਦੀ ਹੈ, ਬ੍ਰਹਮ ਗਿਆਨੀ ਵਿਕਾਰ ਦੂਰ ਕਰ ਦਿੰਦਾ ਹੈ। ਅੱਗ ਸੇਕ ਪੈਦਾ ਕਰਦੀ ਹੈ, ਬ੍ਰਹਮ ਗਿਆਨੀ ਤੇਰੇ ਅੰਦਰ ਪਰਮਾਤਮਾ ਦਾ ਸਿਮਰਨ, ਉਹਦੀ ਭਗਤੀ ਕਰਨੀ, ਇਹ ਤਪਸ਼ਦਾ ਪੈਦਾ ਹੋ ਜਾਂਦੀ ਹੈ। ਐਸਾ ਬ੍ਰਹਮ ਗਿਆਨੀ ਦਾ ਸੁਭਾਅ ਹੋਇਆ ਕਰਦਾ। ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਇੱਥੇ ਸਾਨੂੰ ਸਮਝਾਉਂਦੇ ਪਏ, ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਬ੍ਰਹਮ ਗਿਆਨੀ ਮੁਕਤ ਹੈ। ਕਿਵੇਂ ਮੁਕਤ ਹੈ? ਫਰਮਾਉਂਦੇ ਹਨ ਸੂਰ ਮੁਕਤਾ ਸੱਸੀ ਮੁਕਤਾ। ਗੁਰਮੁਖੋ ਸੂਰ ਨਾਮ ਸੂਰਜ, ਜਿਵੇਂ ਸੂਰਜ ਸਾਰੇ ਪਦਾਰਥਾਂ ਨੂੰ ਸੋਖਦਾ ਹੈ, ਪਰ ਸੋਖਣ ਤੋਂ ਬਾਅਦ ਵਿੱਚ ਮੁਕਤ ਰਹਿੰਦਾ ਹੈ, ਕਦੇ ਆਪ ਗੰਦਾ ਨਹੀਂ ਹੁੰਦਾ। ਤੇ ਸਸੀ ਮੁਕਤਾ, ਸਸੀ ਨਾਮ ਹੈ ਚੰਦਰਮਾ। ਚੰਦਰਮਾ ਦੀਆਂ ਕਿਰਨਾਂ ਵੀ ਸਾਰੇ ਜਗ੍ਹਾ ਤੇ ਲੱਗਦੀਆਂ, ਚੰਦਰਮਾ ਦੀਆਂ ਕਿਰਨਾਂ ਸਾਰਿਆਂ ਤੇ ਪੈਂਦੀਆਂ, ਭਾਵੇਂ ਛੱਪੜ ਹੈ, ਗੰਦਾ ਪਾਣੀ ਹੈ, ਗੰਦਾ ਨਾਲਾ, ਰੂੜੀ ਹੈ, ਫੁੱਲ ਹੈ, ਵਿਅਕਤੀ ਹੈ, ਸਾਰਿਆਂ ਦੇ ਉੱਪਰ ਕਿਰਨਾਂ ਪੈਂਦੀਆਂ। ਪਰ ਚੰਦਰਮਾ ਆਪ ਮੁਕਤ ਰਹਿੰਦਾ, ਕਦੇ ਗੰਦਾ ਨਹੀਂ ਹੁੰਦਾ। ਜਿਵੇਂ ਚੰਦਰਮਾ ਤੇ ਸੂਰਜ ਦੀਆਂ ਕਿਰਨਾਂ ਸਾਰਿਆਂ ਤੇ ਪੈਂਦੀਆਂ, ਪਰ ਆਪ ਉਹ ਗੰਦਗੀ ਤੋਂ ਮੁਕਤ ਰਹਿੰਦੇ। ਐਸੇ ਤਰ੍ਹਾਂ ਗੁਰਮੁਖ ਜਿਹੜੇ ਬ੍ਰਹਮ ਗਿਆਨੀ ਨੇ ਸੰਸਾਰ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ ਮੁਕਤ ਰਹਿੰਦੇ।
ਬਾਕੀ ਨਾਲ ਹੀ ਆਪਾਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਆਪਾਂ ਸਰਵਨ ਕਰ ਲਈ ਹੈ, ਜਿਹਦੇ ਵਿੱਚ ਮਹਾਰਾਜ ਨੇ ਐਸੇ ਗੁਣ ਬਖਸ਼ੇ ਹਨ। ਬ੍ਰਹਮ ਗਿਆਨੀ ਅਲਪਾਏ, ਬ੍ਰਹਮ ਗਿਆਨੀ ਮਹਾਂਪੁਰਖ ਅਲਪਾਏ ਕਹੀਏ, ਅਲਿਪਤ ਰਹਿੰਦਾ, ਕਦੇ ਇਹਨਾਂ ਦੇ ਵਿੱਚ ਜਿਹੜਾ ਹੈ ਉਹ ਗਰਸਿਆ ਨਹੀਂ ਜਾਂਦਾ ਹੈ, ਕਦੇ ਡੁੱਬਦਾ ਨਹੀਂ ਹੈ, ਨਾ ਕਦੇ ਪੁੱਤਰਾਂ ਦੇ ਮੋਹ ਵਿੱਚ ਪੈਂਦਾ, ਨਾ ਕਦੇ ਸੰਸਾਰ ਦੇ ਕਾਮ ਦੇ ਵਿੱਚ ਪੈਂਦਾ, ਨਾ ਕਦੇ ਲੋਭ ਦੇ ਵਿੱਚ ਪੈਂਦਾ। ਬ੍ਰਹਮ ਗਿਆਨ ਦੀ ਐਸੀ ਅਵਸਥਾ ਅਲਿਪਤ ਰਹਿਣਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬ੍ਰਹਮ ਗਿਆਨ ਵੰਡਣ ਵਾਲੇ, ਦੇਣ ਵਾਲੇ ਨੇ ਨਾ। ਤੇ ਸਤਿਗੁਰੂ ਆਪ ਆਪਣੀ ਮਾਇਆ ਸਤਾਉਂਦੇ ਪੈ ਦਰਿਆ ਦੇ ਵਿੱਚ। ਕਿਸੇ ਸਿੱਖ ਨੇ ਆਖਿਆ ਮਹਾਰਾਜ ਥੋੜੀ ਜੀ ਰੱਖ ਲੈਂਦੇ, ਪਾਣੀ ਵਿੱਚ ਸੁੱਟ ਦਿੱਤੀ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਇਹ ਪੂਜਾ ਦਾ ਧਾਨ ਹੈ, ਇਹ ਮੇਰੇ ਸਿੱਖਾਂ ਨੂੰ ਖਰਾਬ ਕਰੇਗਾ। ਨਿਰਲੇਪ ਨੇ ਮਹਾਰਾਜ ਲੋਭ ਤੋਂ। ਪਾਤਸ਼ਾਹ ਜੀ ਇਸੇ ਤਰ੍ਹਾਂ ਮੋਹ ਤੋਂ ਵੀ ਨਿਰਲੇਪ ਨੇ। ਪੁੱਤਰਾਂ ਦੀ ਸ਼ਹਾਦਤ ਅੱਖਾਂ ਦੇ ਸਾਹਮਣੇ ਹੁੰਦੀ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਪਏ। ਐਸੇ ਬ੍ਰਹਮ ਗਿਆਨ ਨੂੰ ਵੰਡਣ ਵਾਲੇ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸੁਭਾਅ ਹੈ। ਸੁਭਾਵਤ ਜੈਸੇ ਬਸੰਤਰ ਲਿਪਤ। ਗੁਰਮੁਖੋ ਬੈਸੰਤਰ ਨਾਮ ਅੱਗ ਦਾ ਹੈ। ਅੱਗ ਦਾ ਵੀ ਇੱਕ ਸੁਭਾਅ ਹੈ ਕਿ ਸੁਭਾਵਕੀ ਜਿਹੜੀ ਅੱਗ ਹੈ, ਅਲਿਪਤ ਸਦਾ ਨਿਰਮਲਾਏ। ਜਿਹੜੀ ਅੱਗ ਹੈ ਉਹ ਸਭ ਕੁਝ ਭੱਛਣ ਕਰ ਜਾਂਦੀ ਹੈ। ਅੱਗ ਦੇ ਵਿੱਚ ਲੱਕੜਾਂ ਸੁੱਟੀ ਚੱਲੋ ਤੇ ਬਖਸ਼ਦੀ ਨਹੀਂ ਹੈ, ਸਾੜ ਸਾੜ ਕੇ ਸਵਾਹ ਕਰੀ ਜਾਂਦੀ ਹੈ। ਇਸ ਤਰ੍ਹਾਂ ਬ੍ਰਹਮ ਗਿਆਨੀ ਦਾ ਸੁਭਾਅ ਵੀ ਅੱਗ ਵਰਗਾ ਹੈ। ਜਿਵੇਂ ਆਪਾਂ ਬਚਨ ਸਰਵਨ ਕਰ ਹੀ ਲਏ ਨੇ, ਅੱਗ ਜਿਵੇਂ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਬ੍ਰਹਮ ਗਿਆਨੀ ਮਹਾਂਪੁਰਖ ਦੀ ਸੰਗਤ ਵਿੱਚ ਚਲੇ ਜਾਈਏ ਤੇ ਬੰਦੇ ਦੇ ਵਿਕਾਰ ਸੜ ਜਾਂਦੇ ਨੇ। ਐਸੀ ਦਾਤ ਬਖਸ਼ਿਸ਼ ਕਰ ਦਿੰਦੇ। ਜਿਵੇਂ ਅੱਗ ਤਪਸ਼ ਪੈਦਾ ਕਰਦੀ ਹੈ, ਬ੍ਰਹਮ ਗਿਆਨੀ ਤੁਹਾਡੇ ਅੰਦਰ ਨਾਮ ਦੀ ਤਪਸ਼ ਪੈਦਾ ਕਰ ਦਿੰਦਾ ਹੈ। ਤਾਂ ਹੀ ਆਖਿਆ ਨਾਨਕ ਦਾਸ ਸਿਹੈ ਸੁਖ ਮੰਗੈ ਮੋਕੋ ਕਰ। ਸੰਤਨ ਕੀ ਤਾਂ ਹੀ ਧੂੜ ਮੰਗੀ ਹੈ ਨਾ ਐਸੇ ਬ੍ਰਹਮ ਗਿਆਨੀ ਦੀ, ਵੀ ਸਾਡੇ ਅੰਦਰ ਵੀ ਉਹ ਤਪਸ਼ ਪੈਦਾ ਹੋਵੇ ਨਾਮ ਨੂੰ ਜਪਣ ਦੀ। ਜਿਵੇਂ ਅੱਗ ਠੰਡ ਦੂਰ ਕਰ ਦਿੰਦੀ ਹੈ, ਤੇ ਜਿਹੜੇ ਮਹਾਂਪੁਰਖ ਨੇ ਉਹਨਾਂ ਕੋਲ ਚਲੇ ਜਾਈਏ ਤੇ ਵਿਕਾਰ ਦੂਰ ਹੋ ਜਾਂਦੇ, ਐਸਾ ਸੁਭਾਅ ਬਣ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਸੁਭਾਵਤ ਬੈ ਜੈਸੇ ਬਸੰਤਰ ਅਲਿਪਤ ਸਦਾ ਨਿਰਮਲਾਏ। ਜਿਵੇਂ ਅੱਗ ਦਾ ਸੁਭਾਅ ਹੈ, ਸਾਰਿਆਂ ਵਿੱਚ ਰਹਿੰਦਿਆਂ ਹੋਇਆਂ ਨਿਰਮਲ ਰਹਿੰਦੀ ਹੈ, ਅਲਿਪਤ ਰਹਿੰਦੀ ਹੈ। ਐਸੇ ਤਰ੍ਹਾਂ ਉਹ ਬ੍ਰਹਮ ਗਿਆਨੀ ਮਹਾਂਪੁਰਖ ਸੰਸਾਰ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਸੇਵਾਦਾਰਾਂ ਦੇ ਵਿੱਚ ਰਹਿੰਦਿਆਂ ਆਪ ਨਿਰਲੇਪ ਰਹਿੰਦੇ। ਆਪ ਨਹੀਂ ਕਦੇ ਖਚਤ ਹੁੰਦੇ, ਬਲਕਿ ਜਿਹੜਾ ਉਹਨਾਂ ਦੀ ਸੰਗਤ ਵਿੱਚ ਚਲਾ ਜਾਵੇ ਸਗੋਂ ਉਹਨਾਂ ਦੇ ਵਿਕਾਰ ਦੂਰ ਕਰ ਦਿੰਦੇ ਹਨ। ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ। ਮਹਾਰਾਜ ਕਹਿਣ ਲੱਗੇ ਭਾਈ ਜਿਨ੍ਹਾਂ ਦਾ ਪੂਰਬਲਾ ਕਰਮ ਖੁੱਲਿਆ ਨਾ, ਉਹਨਾਂ ਦਾ ਪੜਦਾ ਮਹਾਰਾਜ ਜੀਆਂ ਨੇ ਦੂਰ ਕਰ ਦਿੱਤਾ ਹੈ। ਅਗਿਆਨਤਾ ਰੂਪੀ ਪੜਦਾ ਮਹਾਰਾਜ ਦੂਰ ਕਰ ਦਿੰਦੇ ਹਨ। ਜਿਨ ਗੁਰ ਪੈ ਮੰਨਿਆ ਸੁਭਾਏ। ਜਿਨ੍ਹਾਂ ਨੇ ਗੁਰੂ ਦੇ ਪਾਸ ਰਹਿ ਕੇ ਸਤਿਗੁਰਾਂ ਦੇ ਉਪਦੇਸ਼ ਨੂੰ ਮੰਨਿਆ ਹੈ, ਉਹ ਜਿਹੜੇ ਗੁਰਮੁਖ ਨੇ ਉਹ ਪ੍ਰੇਮ ਦੇ ਵਿੱਚ ਫਿਰ ਐਸੇ ਭਿੱਜ ਜਾਂਦੇ। ਉਹਨਾਂ ਦੇ ਮਹਾਰਾਜ ਅਗਿਆਨ ਦੇ ਪਰਦੇ ਦੂਰ ਕਰ ਦਿੰਦੇ ਹਨ। ਗੁਰ ਮੰਤਰ ਅਵਖਦ ਨਾਮ ਦੀਨਾ। ਸਤਿਗੁਰਾਂ ਦੇ ਕੋਲ ਜਿਹੜਾ ਮੰਤਰ ਹੈ ਨਾ ਗੁਰਮੁਖੋ, ਗੁਰ ਮੰਤਰ। ਗੁਰ ਮੰਤਰ ਕੀ ਹੈ? ਵਾਹਿਗੁਰੂ। ਇਹ ਗੁਰ ਮੰਤਰ ਜਦੋਂ ਆਪ ਪੰਜਾਂ ਪਿਆਰਿਆਂ ਦੇ ਕੋਲ ਦਾਤ ਲੈਣ ਗਏ ਨਾ ਅੰਮ੍ਰਿਤ ਦੀ, ਤੇ ਉਸ ਵੇਲੇ ਪੰਜਾਂ ਪਿਆਰਿਆਂ ਨੇ ਸਾਨੂੰ ਇਹ ਜਪਾਇਆ ਹੈ। ਇਹ ਜਪਾਇਆ ਦਾ ਮਤਲਬ ਜਪਦੇ ਰਹਿਣਾ ਹੈ। ਗੁਰੂ ਕੇ ਕੀਰਤਨੀਏ ਜਦੋਂ ਕੀਰਤਨ ਦੀ ਸੇਵਾ ਕਰਦੇ ਤੇ ਉਹ ਜਪਾਉਂਦੇ ਸਾਨੂੰ ਵਾਹਿਗੁਰੂ ਵਾਹਿਗੁਰੂ। ਉਦੋਂ ਜਪਣਾ ਚਾਹੀਦਾ, ਜਪਿਆ ਕਰੋ। ਜਿੰਨੀ ਵਾਰੀ ਜਪੋਗੇ ਪਾਪ ਹੀ ਸੜ ਜਾਣਗੇ, ਹਿਰਦਾ ਨਿਰਮਲ ਹੋ ਜਾਏਗਾ। ਜਪਣਾ ਚਾਹੀਦਾ ਹੈ। ਤਾਂ ਹੀ ਮਹਾਰਾਜ ਨੇ ਆਖਿਆ ਸਾਸ ਸਾਸ ਸਿਮਰੋ। ਸਾਡੇ ਕੋਲੋਂ ਆਪਣੇ ਆਪ ਤੇ ਨਹੀਂ ਸਿਮਰਿਆ ਜਾਂਦਾ, ਪਰ ਸੰਗਤ ਵਿੱਚ ਆ ਕੇ ਹੀ ਸਿਮਰ ਲਈਏ। ਤੇ ਮੰਨ ਲਓ ਕਿ 100 ਸਰੀਰ ਬੈਠਾ ਹੈ ਨਾ ਗੁਰਮੁਖੋ ਸੰਗਤ ਵਿੱਚ, ਤੇ 100 ਦੇ ਮੂੰਹ ਵਿੱਚੋਂ ਵਾਹਿਗੁਰੂ ਨਿਕਲਿਆ, ਤੇ 100 ਵਾਹਿਗੁਰੂ ਕਹਿਣ ਦਾ ਫਲ ਤੈਨੂੰ ਇੱਕ ਵਾਰੀ ਮਿਲ ਜਾਣਾ। ਐਡਾ ਵੱਡਾ ਸੰਗਤ ਦਾ ਪਰਉਪਕਾਰ ਹੈ। ਘਰ ਦੇ ਵਿੱਚ ਤੂੰ ਇਕੱਲੇ ਬੈਠ ਕੇ ਜਪਣਾ, ਇਕੱਲਾ 100 ਵਾਰੀ ਜਪੇਗਾ ਤੇ ਫਲ ਮਿਲਣਾ। ਸੰਗਤ ਵਿੱਚ 100 ਬੰਦੇ ਵਿੱਚ ਬੈਠ ਕੇ ਇੱਕ ਵਾਰੀ ਜਪੇਗਾ ਤੇ 100 ਵਾਰੀ ਦਾ ਫਲ ਮਿਲ ਜਾਣਾ। ਤੇ ਫਿਰ ਸਾਨੂੰ ਜਪਣਾ ਚਾਹੀਦਾ ਹੈ ਨਾ। ਜਦੋਂ ਸੰਗਤ ਵਿੱਚ ਜਪਾਇਆ ਜਾਂਦਾ, ਗੁਰੂ ਕੇ ਕੀਰਤਨੀਏ ਕੀਰਤਨ ਕਰਦੇ। ਮਹਾਰਾਜ ਕਹਿਣ ਲੱਗੇ ਬਚਨ ਹੈ ਗੁਰਮੰਤਰ ਔਖਦ ਨਾਮ ਦੀਨਾ। ਸਤਿਗੁਰੂ ਜੀ ਨੇ ਗੁਰੂ ਦਾ ਮੰਤਰ ਵਾਹਿਗੁਰੂ ਇਹ ਸਾਨੂੰ ਨਾਮ ਬਖਸ਼ਿਸ਼ ਕੀਤਾ ਹੈ। ਜਨ ਨਾਨਕ ਸੰਕਟ ਜੋ ਨ ਪਾਏ। ਇਹ ਨਾਮ ਗੁਰਮੁਖੋ ਦਵਾਈ ਹੈ। ਜਿਵੇਂ ਦਵਾਈ ਖਾਈਏ ਤੇ ਰੋਗ ਦੂਰ ਹੋ ਜਾਂਦਾ, ਪੀੜ ਦੂਰ ਹੋ ਜਾਂਦੀ ਹੈ। ਇਹ ਨਾਮ ਨੂੰ ਜੇ ਜਪੇਗਾ ਨਾ ਭਾਈ, ਜਮਾਂ ਦੀਆਂ ਪੀੜਾਂ ਨਹੀਂ ਤੈਨੂੰ ਪੈਣਗੇ।
ਨਾਮ ਜਪੇਗਾ ਤੇ ਵਿਕਾਰਾ ਰੂਪੀ ਬਿਮਾਰੀ ਤੇਰੇ ਕੋਲ ਨਹੀਂ ਆਵੇਗੀ। ਐਸੀ ਦਵਾਈ ਮਹਾਰਾਜ ਦਿੰਦੇ। ਸਰਬ ਰੋਗ ਕੋ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਬਚਨ ਪਾਤਸ਼ਾਹ ਜੀ ਦੇ। ਕਲਿਆਣ ਕਰਨ ਵਾਲਾ ਹੈ ਮੰਤਰ ਗੁਰੂ ਦਾ। ਤੇ ਪਾਤਸ਼ਾਹ ਕਹਿਣ ਲੱਗੇ ਸਾਰਿਆਂ ਦੁੱਖਾਂ ਨੂੰ ਦੂਰ ਕਰਦਾ ਹੈ। ਰੇ ਨਰ ਇਨ ਬਿਦ ਪਾਰ ਪਰਾਏ ਜਾਂ ਨਾਨਕ ਸੰਕਟ ਜੂਨ ਨਾ ਪਾਏ। ਪਾਤਸ਼ਾਹ ਕਹਿਣ ਲੱਗੇ ਫਿਰ ਜੂਨਾ ਵਿੱਚ ਨਹੀਂ ਪਵੇਗਾ। ਜੇ ਜੂਨਾ ਵਿੱਚ ਨਹੀਂ ਪਵੇਗਾ ਤੇ ਫਿਰ ਸੰਕਟ ਨਹੀਂ ਪਵੇਗਾ। ਹਰੇਕ ਜੂਨ ਦੇ ਵਿੱਚ ਕੋਈ ਨਾ ਕੋਈ ਸੰਕਟ ਹੈ, ਕੋਈ ਨਾ ਕੋਈ ਵਿਪਤਾ ਹੈ। ਪੰਛੀ ਉੱਡਦਾ ਤੇ ਸਾਨੂੰ ਬੜਾ ਸੋਹਣਾ ਲੱਗਦਾ ਤੇ ਸਾਡਾ ਵੀ ਮਨ ਕਰਦਾ ਵੀ ਮੇਰੇ ਵੀ ਖੰਭ ਹੋਣ ਤੇ ਮੈਂ ਵੀ ਇਸ ਤਰ੍ਹਾਂ ਦੀ ਉਡਾਰੀ ਮਾਰਾਂ। ਤੇ ਅਸੀਂ ਆਮ ਹੀ ਕਹਿ ਦਿੰਦੇ ਵੇਖੋ ਪੰਛੀਆਂ ਨੂੰ ਕੋਈ ਫਿਕਰ ਨਹੀਂ ਹੈ, ਸਾਨੂੰ ਕਿੱਡੇ ਫਿਕਰ ਨੇ। ਘਰ ਬਣਾਉਣੇ ਪੈਂਦੇ, ਪੁੱਤਰ ਧੀਆਂ ਵਿਆਹੁਣੇ ਪੈਂਦੇ, ਨੌਕਰੀਆਂ ਕਰਨੀਆਂ ਪੈਂਦੀਆਂ। ਇਹ ਵੇਖੋ ਪੰਛੀ ਜਾਨਵਰ ਮੌਜ ਕਰਦਾ ਪਿਆ। ਮੌਜ ਕੋਈ ਨਹੀਂ ਕਰਦਾ ਹੈ, ਸਾਡੇ ਮਨ ਦਾ ਭੁਲੇਖਾ ਹੈ। ਬਿਪਤਾ ਉਹਨਾਂ ਨੂੰ ਵੀ ਪਈ ਹੋਈ ਹੈ। ਮਹਾਰਾਜ ਕਹਿਣ ਲੱਗੇ ਜਾਂ ਨਾਨਕ ਸੰਕਟ ਜੂਨ ਨਾ ਪਾਏ। ਜੂਨਾਂ ਵਿੱਚ ਪੈਣਾ ਹੀ ਸੰਕਟ ਹੈ। ਜਨਮ ਦੇ ਵਿੱਚ ਪੈ ਗਿਆ, ਭਾਵੇਂ ਜਨਮ ਕੋਈ ਵੀ ਹੈ, ਸੰਕਟ ਉੱਥੇ ਵੀ ਹੈ, ਬਿਪਤਾ ਉੱਥੇ ਵੀ ਹੈ। ਵੈਰ ਵਿਰੋਧ ਤੇ ਉੱਥੇ ਵੀ ਬਣਿਆ ਹੋਇਆ। ਆਪਾਂ ਵੇਖਦੇ ਨਾ ਕੁੱਤੇ ਇੱਕ ਦੂਜੇ ਨਾਲ ਲੜਦੇ ਪਏ, ਇੱਕ ਦੂਜੇ ਦੇ ਵੱਲ ਮੂੰਹ ਕਰਕੇ ਭੌਂਕਦੇ ਪਏ। ਉਹ ਆਪਣੇ ਆਪਣੇ ਇਲਾਕੇ ਦਾ ਰੱਖਦੇ ਪਏ ਦਬਦਬਾ ਵੀ ਇਹ ਮੇਰਾ ਇਲਾਕਾ, ਦੂਜਾ ਕੁੱਤਾ ਇੱਥੋਂ ਲੰਘਣਾ ਨਹੀਂ ਚਾਹੀਦਾ। ਤੇ ਜੇ ਲੰਘ ਪਵੇ ਤੇ ਉਹਨੂੰ ਲਹੂ ਲੁਹਾਨ ਕਰ ਦਿੰਦੇ। ਬਿਪਤਾ ਤੇ ਉਹਨਾਂ ਨੂੰ ਵੀ। ਹਰੇਕ ਜੂਨ ਦੇ ਵਿੱਚ ਬਿਪਤਾ ਹੈ। ਮਨੁੱਖਾ ਜਨਮ ਮਿਲਿਆ, ਨਾਮ ਜਪ ਲਾ ਤਾਂ ਭਲਾ ਹੋਣਾ ਹੈ। ਰੇ ਨਰ ਇਨ ਬਿਦ ਪਾਰ ਪਰਾਏ। ਸਤਿਗੁਰੂ ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਸਾਡੇ ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਕਿਰਪਾ ਤੇ ਕਰ ਦਿੱਤੀ ਹੈ, ਤੈਨੂੰ ਤਰੀਕਾ ਦੱਸ ਦਿੱਤਾ, ਬਸ ਇਹ ਤਰੀਕਾ ਅਪਣਾ ਲਾ ਜਿਹੜਾ ਤੈਨੂੰ ਦੱਸਿਆ ਕਿ ਤੂੰ ਪਾਰ ਹੋ ਜਾਣਾ। ਰੇ ਨਰ ਐ ਮਨੁੱਖਾ ਇਨ ਬਿਦ, ਇਸ ਤਰੀਕੇ ਦੇ ਨਾਲ ਸੰਸਾਰ ਤੋਂ ਪਾਰ ਹੋਣਾ ਹੈ। ਧਿਆਏ ਹਰਿ ਜਿਉ ਹੋਏ ਮਿਰਤਕ। ਸਤਿਗੁਰਾਂ ਨੂੰ ਸਿੱਖਾਂ ਨੇ ਫਿਰ ਸਵਾਲ ਕੀਤਾ ਮਹਾਰਾਜ ਥੋੜਾ ਜਿਹਾ ਹੋਰ ਸਮਝਾ ਦਿਓ, ਪਾਰ ਕਿਵੇਂ ਹੋਈਏ। ਤੇ ਸਤਿਗੁਰਾਂ ਨੇ ਦੋ ਬਚਨ ਕੀਤੇ। ਪਹਿਲਾ ਬਚਨ ਇਹ ਕੀਤਾ ਵੀ ਧਿਆਏ ਹਰਿ ਜਿਉ, ਜੇ ਸੰਸਾਰ ਤੋਂ ਪਾਰ ਹੋਣਾ ਚਾਹਣਾ ਤੇ ਰੱਬ ਦੇ ਨਾਮ ਨੂੰ ਧਿਆ, ਕਿਹਾ ਕਰ ਵਾਹਿਗੁਰੂ ਵਾਹਿਗੁਰੂ। ਇਹ ਪਹਿਲਾ ਕੰਮ ਹੈ, ਧਿਆਏ ਹਰਿ ਜਿਉ, ਰੱਬ ਨੂੰ ਧਿਆਉਣਾ। ਦੂਜਾ ਕੰਮ ਕੀ ਹੈ? ਪਾਤਸ਼ਾਹ ਕਹਿਣ ਲੱਗੇ ਹੋਏ ਮਿਰਤਕ, ਦੁਨੀਆ ਵੱਲੋਂ ਮਰ ਜਾ। ਦੁਨੀਆ ਵੱਲੋਂ ਅਸੀਂ ਜਿਉਂਦੇ ਹਨ, ਸਾਡੇ ਕੋਲ ਕੋਈ ਗੱਲ ਕਰੇ ਅਸੀਂ ਆਖਦੇ ਫਲਾਣੇ ਨੇ ਮਿਹਣਾ ਮਾਰਿਆ, ਤਾਨਾ ਮਾਰਿਆ, ਫਲਾਣੇ ਨੇ ਚੁਗਲੀ ਕੀਤੀ ਹੈ। ਮੈਂ ਜਿੰਨਾ ਚਿਰ ਜਵਾਬ ਨਹੀਂ ਦੇ ਸਕਦਾ, ਬਹਿ ਨਹੀਂ ਸਕਦਾ, ਮੈਨੂੰ ਚੈਨ ਨਹੀਂ ਆਉਂਦਾ। ਪਰ ਜੇ ਕੋਈ ਵਿਅਕਤੀ ਮਰੇ ਦੇ ਕੋਲ ਜਾ ਕੇ ਚੁਗਲੀ ਕਰੇ ਤੇ ਮੁਰਦਾ ਪਿਆ ਹੀ ਰਹਿੰਦਾ। ਉਹ ਨਹੀਂ ਕਹਿੰਦਾ ਵੀ ਚੁਗਲੀ ਕੀਤੀ ਹੈ ਸੁਣ ਲਵਾਂ। ਮਰੇ ਨੂੰ ਕੋਈ ਮਿਹਣਾ ਮਾਰੇ, ਉਹ ਕਹਿੰਦਾ ਜਿੰਨੇ ਮਰਜ਼ੀ ਮਾਰ, ਮੈਂ ਕਿਹੜਾ ਤੇਰੇ ਮਿਹਣਿਆਂ ਨੂੰ ਹੁਣ ਵੇਖਣਾ ਹੈ। ਮਰੇ ਬੰਦੇ ਕੋਲ ਕੋਈ ਮਿਹਣੇ ਮਾਰੀ ਜਾਵੇ, ਕੋਈ ਚੁਗਲੀ ਕਰੀ ਜਾਵੇ, ਕੋਈ ਉਹਨੂੰ ਮਾੜਾ ਕਹੀ ਜਾਵੇ, ਕੋਈ ਚੰਗਾ ਕਹੀ ਜਾਵੇ, ਮਰਿਆ ਤੇ ਮਰਿਆ ਹੀ ਹੈ। ਮਹਾਰਾਜ ਕਹਿੰਦੇ ਸੰਸਾਰ ਤੋਂ ਤਰਨਾ ਚਾਹਣਾ ਤੇ ਉਸ ਮਰੇ ਵਰਗਾ ਹੋ ਜਾ। ਤੈਨੂੰ ਕੋਈ ਚੰਗਾ ਕਹੀ ਜਾਵੇ ਤਾਂ ਵੀ ਕੋਈ ਗੱਲ ਨਹੀਂ, ਮਾੜਾ ਕਹੀ ਜਾਵੇ ਤਾਂ ਵੀ ਕੋਈ ਗੱਲ ਨਹੀਂ, ਤੇਰੀ ਕੋਈ ਨਿੰਦਿਆ ਕਰੀ ਜਾਵੇ ਤਾਂ ਵੀ ਕੋਈ ਫਰਕ ਨਹੀਂ, ਉਸਤਤ ਕਰੀ ਜਾਵੇ ਤਾਂ ਵੀ ਕੋਈ ਫਰਕ ਨਹੀਂ। ਕੋਈ ਭਲਾ ਕਵੇ, ਕੋਈ ਬੁਰਾ ਕਵੇ, ਜੋ ਮਰਜ਼ੀ ਕੋਈ ਕਵੇ। ਜਿਵੇਂ ਮੁਰਦੇ ਦੇ ਕੋਲ ਬਹਿ ਕੇ ਜਿੰਨਾ ਮਰਜ਼ੀ ਉਹਦਾ ਜਸ ਕਰੀ ਜਾਓ, ਜਿੰਨੀ ਮਰਜ਼ੀ ਉਹਦੀ ਨਿੰਦਿਆ ਕਰੀ ਜਾਓ। ਕਦੇ ਮੁਰਦੇ ਨੇ ਉੱਠ ਕੇ ਆਖਿਆ ਵੀ ਆਹ ਬੰਦਾ ਮੇਰੀ ਨਿੰਦਿਆ ਕਰਦਾ ਪਿਆ, ਮੈਨੂੰ ਚੰਗਾ ਨਹੀਂ ਲੱਗਦਾ, ਮੇਰੇ ਮੰਜੇ ਤੋਂ ਪਰੇ ਕਰ ਦਿਓ। ਨਾ ਹੀ ਕਦੇ ਮੁਰਦੇ ਨੇ ਉੱਠ ਕੇ ਆਖਿਆ ਵੀ ਆਹ ਬੰਦਾ ਬੜੀ ਬੜੀ ਤਾਰੀਫ ਕਰਦਾ ਪਿਆ, ਇਹਨੂੰ ਲੈ ਕੇ ਆਓ ਮੇਰੇ ਨੇੜੇ। ਨਹੀਂ, ਮੁਰਦਾ ਨਹੀਂ ਕਿਸੇ ਵੱਲ ਪ੍ਰਵਾਹ ਕਰਦਾ। ਪਰ ਹਾਂ ਅਸੀਂ ਜ਼ਰੂਰ ਕਰਦੇ ਹਾਂ। ਸਾਰੀ ਉਮਰ ਬੰਦੇ ਨੇ ਪਾਪ ਕੀਤਾ ਹੁੰਦਾ, ਕਦੇ ਉਹਨੇ ਸਤਸੰਗਤ ਵਿੱਚ ਨਹੀਂ ਆਉਂਦਾ। ਜਦੋਂ ਕਿਤੇ ਉਹਦੀ ਅਰਦਾਸ ਹੁੰਦੀ ਹੈ ਨਾ, ਫਿਰ 5-7 ਬੁਲਾਰੇ ਜ਼ਰੂਰ ਉੱਠ ਪੈਂਦੇ। ਫਿਰ ਉਹਦੀ ਸਿਫਤਾਂ ਦੇ ਪੁੱਲ ਬਣਦੇ ਵੀ ਇਹ ਦੇਵਤਾ ਸੀ, ਇਹ ਚਲਾ ਗਿਆ, ਬੜਾ ਘਾਟਾ ਪੈ ਗਿਆ। ਝੂਠੀ ਸਿਫਤ ਸੱਚੇ ਗੁਰੂ ਦੇ ਅੱਗੇ ਕਰਦਾ ਪਿਆ, ਡਰ ਹੀ ਨਹੀਂ ਬੰਦੇ ਨੂੰ। ਰੋ ਵਿਚਾਰ ਇਹ ਹੈ, ਮਹਾਰਾਜ ਕਹਿਣ ਲੱਗੇ ਮਿਰਤਕ ਵਰਗਾ ਸੁਭਾਅ ਬਣਾ ਲਾ ਆਪਣਾ। ਜਿਵੇਂ ਮੁਰਦੇ ਦੀ ਉਸਤਤ ਕਰਿਆ ਉੱਠਦਾ ਨਹੀਂ, ਚੰਗਾ ਨਹੀਂ ਕਹਿੰਦਾ, ਨਿੰਦਿਆ ਕੀਤਿਆਂ ਉਹ ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਤੇਰਾ ਸੁਭਾਅ ਉਹਦੇ ਵਰਗਾ ਹੋ ਜਾਵੇ। ਕੋਈ ਤੈਨੂੰ ਚੰਗਾ ਕਵੇ, ਤੈਨੂੰ ਮਾੜਾ ਕਵੇ, ਤੇਰੀ ਸਿਫਤ ਕਰੇ, ਤੇਰੀ ਨਿੰਦਿਆ ਕਰੇ, ਤੈਨੂੰ ਬੁਰਾ ਕਵੇ, ਤੈਨੂੰ ਭਲਾ ਕਵੇ, ਨਹੀਂ ਕਿਸੇ ਵੱਲ ਧਿਆਨ ਦੇਣਾ ਹੀ ਨਹੀਂ। ਇਹ ਦੋ ਬਚਨ ਮਹਾਰਾਜ ਨੇ ਸਾਨੂੰ ਸਮਝਾਏ। ਇੱਕ ਤੇ ਹੈ ਧਿਆਏ ਹਰਿ ਜਿਉ, ਪਰਮਾਤਮਾ ਦੇ ਨਾਮ ਨੂੰ ਧਿਆਉਣਾ, ਤੇ ਦੂਜਾ ਹੈ ਹੋਏ ਮਿਰਤਕ, ਦੁਨੀਆ ਵੱਲੋਂ ਮਰ ਜਾ, ਸੁੱਖ ਆਰਾਮ ਦੇ ਵੱਲੋਂ
ਤਾਂ ਤੇਰਾ ਭਲਾ ਹੈ। ਤਿਆਗ ਦੂਜਾ ਭਾਉ। ਅਤੇ ਦ્વੈਤ ਭਾਵ ਨੂੰ ਤਿਆਗ ਦੇ। ਦ્વੈਤ ਕੀ ਹੈ? ਈਰਖਾ। ਈਰਖਾ ਨੂੰ ਛੱਡ ਦੇ। ਦ્વੈਤ ਕੀ ਹੈ? ਮੋਹ। ਜਾਂ ਦ્વੈਤ ਦਾ ਸਿੱਧਾ ਜਿਹਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਸਾਨੂੰ ਸਮਝਾਉਣ ਵਾਸਤੇ। ਦ્વੈਤ ਤੋਂ ਭਾਵ ਹੈ ਦੋ ਰਾਹ, ਜਿੱਥੇ ਫੈਸਲਾ ਨਾ ਕਰ ਸਕੀਏ। ਇਹ ਦੋ ਰਾਹਾਂ ਦੇ ਚੱਕਰ ਵਿੱਚ ਪੈਣੋਂ ਬਾਜਾ ਜੇ ਬਚਿਆ ਜਾਂਦਾ, ਇਸ ਨੂੰ ਛੱਡ ਦੇਣਾ ਕਰ। ਤਿਆਗ ਦੂਜਾ ਭਾਉ। ਪਰਮਾਤਮਾ ਨੂੰ ਧਿਆ ਕੇ ਦ્વੈਤ ਭਾਵ ਨੂੰ ਤਿਆਗਣਾ ਕਰ, ਤਾਂ ਤੈਨੂੰ ਦਾਤ ਪ੍ਰਾਪਤ ਹੋਣੀ ਹੈ। ਰਹਾਉ ਦੂਜਾ। ਇੱਥੇ ਮਹਾਰਾਜ ਸਾਹਿਬ ਜੀ ਦੂਜਾ ਰਹਾਉ ਜਿਹੜਾ ਸਾਨੂੰ ਬਖਸ਼ਿਸ਼ ਕਰਦੇ, ਇਹ ਮਹਾਰਾਜ ਨੇ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਰੇ ਨਰ ਇਨ ਬਿਦ ਪਾਰ ਪਰਾਏ, ਧਿਆਏ ਹਰਿ ਜਿਉ ਹੋਏ ਮਿਰਤਕ। ਤਿਆਗ ਦੂਜਾ ਭਾਉ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਲੰਗਰ ਹਾਲ ਦੇ ਵਿੱਚ ਪ੍ਰਸ਼ਾਦੇ ਬਣਾਉਣ ਦੀ ਸੇਵਾ ਚੱਲ ਰਹੀ ਹੈ। ਅੱਜ PGI ਵਿਖੇ ਲੰਗਰ ਜਾਣਾ ਹੈ। ਜਿਨ੍ਹਾਂ ਬੀਬੀਆਂ ਕੋਲ ਜਾਂ ਵੀਰਾਂ ਕੋਲ ਸਮਾਂ ਹੋਵੇ, ਲੰਗਰ ਹਾਲ ਵਿੱਚ ਪਹੁੰਚ ਕੇ ਪ੍ਰਸ਼ਾਦੇ ਬਣਾਉਣ ਦੀ ਕਿਰਪਾਲਤਾ ਕਰੋ। ਜਿਨ੍ਹਾਂ ਨੇ ਘਰ ਵਿੱਚੋਂ ਪ੍ਰਸ਼ਾਦਾ ਬਣਾ ਕੇ ਲਿਆਉਣਾ, ਉਹ 10 10:30 ਵਜੇ ਤੱਕ ਆਪ ਸੰਗਤਾਂ ਪ੍ਰਸ਼ਾਦਾ ਪਹੁੰਚਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।